ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਮੈਂ ਹਾਂ ਦਲਬੀਰ ਸਿੰਘ ਬਰਾੜ ਤੇ ਹਾਜ਼ਰ ਹਾਂ ਪ੍ਰੋਗਰਾਮ ਸ਼ਮਾਦਾਨ ਲੈ ਕੇ। ਅੱਜ ਦਿਨ ਹੈ ਜੀ ਵੀਰਵਾਰ, ਜੂਨ ਮਹੀਨੇ ਦੀ 15 ਤਰੀਕ ਹੈ ਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:30 ਦਾ। ਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ ਜੀ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਫ਼ਤੇ ਦੇ 5 ਦਿਨ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਜੀ। ਹੁਣ ਤੁਹਾਡੀ ਨਜ਼ਰ ਕਰਦੇ ਹਾਂ ਕੁਝ ਵਪਾਰਕ ਸੁਨੇਹੇ। ਅਮਰੀਕਾ ਵਿੱਚ ਸਿੱਖ ਅਸਾਈਲਮ ਕੇਸਾਂ ਦੇ ਮਾਹਰ ਸੀਨੀਅਰ ਅਟਾਰਨੀ ਐਮੀਜੈਲ, ਜੋ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਰਾਜਸੀ ਸ਼ਰਨ ਦਵਾ ਚੁੱਕੇ ਨੇ, ਇਹਨਾਂ ਦੀ ਸਿੱਖਤ ਤੇ ਪੰਜਾਬੀ ਜੈਲਨਜੈਲ ਲਾ ਫਰਮ ਦੀ ਮਿਹਨਤ ਸਦਕਾ ਅਮਰੀਕੀ ਨਾਗਰਿਕ ਬਣ ਚੁੱਕੇ ਨੇ। ਜੇਕਰ ਤੁਸੀਂ ਅਸਾਈਲਮ ਦੇ ਕੇਸ ਲੜ ਰਹੇ ਹੋਰ ਵਕੀਲਾਂ ਦੇ ਲਾਰਿਆਂ ਤੋਂ ਤੰਗ ਪਰੇਸ਼ਾਨ ਹੋ ਤਾਂ ਜੈਲਨਜੈਲ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਨੂੰ ਫੋਨ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 7186121188 ਜਾਂ ਫਿਰ ਆਫਿਸ ਨੰਬਰ ਡਾਇਲ ਕਰ ਸਕਦੇ ਹੋ 2126192859। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਹੈ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ। ਫੋਨ ਨੰਬਰ ਹੈ ਜੀ 2069415454। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਹਲ। ਇਹਨਾਂ ਨਾਲ ਤੁਸੀਂ ਫੋਨ 'ਤੇ ਗੱਲ ਕਰ ਸਕਦੇ ਹੋ 2535208886। ਇਹਨਾਂ ਦਾ ਪਤਾ ਜੀ 24915 104 ਐਵੀਨਿਊ ਸਾਊਥ ਈਸਟ ਕੈਂਟ ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ। TA ਮੰਡੇਰਾ ਦਾ ਰੀਫਰੈਸ਼ ਟਰੈਵਲ ਪਲਾਜ਼ਾ ਤੇ ਫਿਊਲ ਕਾਰਡ ਨਾ ਹੋਣ 'ਤੇ ਵੀ ਟਰੱਕਰਸ ਲਈ ਵੱਡੀ ਰਿਬੇਟ। ਇਸ ਤੋਂ ਇਲਾਵਾ ਦੇਸੀ ਘਿਓ 'ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ 'ਤੇ ਖਾ ਸਕਦੇ ਹੋ। ਇੱਥੇ ਪੀਜ਼ਾ ਹਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ। ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿਨ ਮਲਿਕ ਹੋਰਾਂ ਨੂੰ। 5599034627 'ਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਹਾਈਵੇ 99 ਐਗਜ਼ਿਟ 144 ਐਵਨਿਊ 7। ਸਿਆਟਲ 'ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਓਨਰ ਆਪਰੇਟਰ ਦੇ ਡਰਾਈਵਰ ਦੀ ਲੋੜ ਹੈ। ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ। ਫੋਨ ਨੰਬਰ ਹੈ ਜੀ 2532666924 ਜੀ। ਸਾਡੇ ਨਾਲ ਇਸ ਵਕਤ ਮੇਰੇ ਸਹਿਯੋਗੀ ਨੇ ਸੀਨੀਅਰ ਪੱਤਰਕਾਰ ਸ਼ਿਵਿੰਦਰ ਜੀ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਸ਼ਿਵਿੰਦਰ ਜੀ, ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਸੱਦ ਲਈ ਗਈ ਹੈ ਜੀ। ਕੀ ਜਿਹੜਾ ਹੈਗਾ ਕਾਰਨ ਸਮਝਦੇ ਹੋ ਤੇ ਕਿੰਨਾ ਕੁ ਪ੍ਰਭਾਵਿਤ ਹੋਏਗਾ, ਕਿੰਨਾ ਕੁ ਜਾਂ ਜਲਾਲ 'ਚ ਹੋਏਗਾ ਫਿਰ ਇਸ ਵਾਰ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਕਿੰਨੇ ਦਿਨਾਂ ਦਾ ਹੋਵੇਗਾ? ਅਸਲ ਦੇ ਵਿੱਚ ਬਰਾੜ ਸਾਹਿਬ ਹੁੰਦਾ ਇਹ ਹੈ ਕਿ ਜਦੋਂ ਨਾ ਕੋਈ ਖਾਸ ਕੁਛ ਅਹਿਮ ਨੁਕਤੇ ਪਗਾਉਣੇ ਹੁੰਦੇ ਨੇ ਜਾਂ ਕੋਈ ਮਸਲੇ ਬਿੱਲ ਪਾਸ ਹੋਣੇ ਹੁੰਦੇ ਨੇ, ਉਦੋਂ ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਜਾਂ ਫਿਰ ਸੈਂਟਰ ਦੇ ਵਿੱਚ ਆਪਾਂ ਦੇਖੀਏ ਕਿ ਸੰਸਦ ਦੀ ਕਾਰਵਾਈ ਤੋਂ ਪਹਿਲਾਂ ਪਰ ਕੈਬਨਿਟ ਮੀਟਿੰਗ ਬੁਲਾ ਲਈ ਜਾਂਦੀ ਹੁੰਦੀ ਹੈ। ਉਹਦੇ ਵਿੱਚ ਉਹ ਵਿਚਾਰਾ ਕਰਦੇ ਨੇ। ਹੁਣ ਵੀ ਥੋੜਾ ਜਿਹਾ ਹਾਲੇ ਕਿ ਸਪਸ਼ਟ ਨਹੀਂ ਹੋ ਸਕਿਆ ਵੀ ਕੀ ਕਾਰਨ ਹੋ ਸਕਦੇ ਨੇ ਇਹ ਜਿਹੜੀ ਮੀਟਿੰਗ ਬੁਲਾਈ ਦੇ, ਪਰ ਥੋੜੇ ਜਿਹੇ ਇਸ਼ਾਰੇ ਨੇ ਵੀ ਸ਼ਾਇਦ ਕੁਝ ਖਾਸ ਅਹਿਮ ਬਿੱਲ ਲੈ ਕੇ ਆਉਣੇ ਨੇ ਸਰਕਾਰ ਨੇ, ਉਹਨਾਂ ਦੇ ਕਰਕੇ ਮਤਲਬ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਉਣੇ ਨੇ, ਉਹਦੇ ਕਰਕੇ ਇਹ ਕੁਝ ਹੋ ਸਕਦਾ ਹੈਗਾ। ਵਿਧਾਨ ਸਭਾ ਸੈਸ਼ਨ ਜਿਵੇਂ ਹੀ ਸੱਦਿਆ ਗਿਆ 19 ਤੇ 20 ਦਾ ਸੱਦਿਆ ਗਿਆ ਹੈਗਾ ਇਹ ਵਿਧਾਨ ਸਭਾ ਸੈਸ਼ਨ, ਆਪਾਂ ਨੂੰ ਪਤਾ। ਇਹਦੇ ਵਿੱਚ ਇਹ ਸੈਸ਼ਨ ਦੇ ਵਿੱਚ ਪਹਿਲਾਂ ਮੁੱਖ ਮੰਤਰੀ 19 ਜੂਨ ਨੂੰ 11 ਵਜੇ ਮੰਤਰੀ ਮੰਡਲ ਦੀ ਮੀਟਿੰਗ ਸੱਦਣਗੇ। ਇਹਦੇ ਵਿੱਚ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਦੀ ਦੂਜੀ ਮੰਜ਼ਿਲ ਤੇ ਹੋਣੀ ਹੈ। ਹਾਲਾਂਕਿ ਸੂਬਾ ਸਰਕਾਰ ਨੇ ਮੀਟਿੰਗ ਬਾਰੇ ਕੋਈ ਏਜੰਡਾ ਨਹੀਂ ਜਾਰੀ ਕੀਤਾ ਹੈਗਾ, ਪਰ ਮੁੱਖ ਮੰਤਰੀ ਮੀਟਿੰਗ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜੇ ਮੁੱਦੇ ਵਿਚਾਰੇ ਜਾਣੇ ਨੇ ਉਹਦੇ ਬਾਰੇ ਗੱਲ ਹੋਏਗੀ। ਕਿਉਂਕਿ ਇੱਕ ਰਫੜ ਹੋਰ ਵੀ ਹੈ, ਕਿਉਂਕਿ ਰਾਜਪਾਲ ਨੇ ਜਿਹੜਾ ਹੈਗਾ, ਆਪਾਂ ਨੂੰ ਪਤਾ ਵੀ ਰਾਜਪਾਲ ਨਾਲ ਵੀ ਵਿਵਾਦ ਚੱਲਦਾ ਆ ਰਿਹਾ। ਰਾਜਪਾਲ ਨੇ ਭਾਵੇਂ ਕਿ ਸੈਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ, ਤਾਂ ਉਹਦੇ ਤੇ ਕੋਈ ਇਤਰਾਜ਼ ਨਹੀਂ ਪ੍ਰਗਟ ਕੀਤਾ ਹੈਗਾ ਜੋ 2 ਦਿਨ ਦਾ ਸੈਸ਼ਨ ਹੋ ਰਿਹਾ, ਪਰ ਉਹਦੇ ਏਜੰਡੇ ਬਾਰੇ ਜਾਣਕਾਰੀ ਮੰਗੀ ਹੈ। ਤੇ ਉਹਨਾਂ ਨੇ ਕਿਹਾ ਹੈਗਾ ਕਿ ਉਂਝ ਰਾਜਪਾਲ ਦਾ ਕਹਿਣਾ ਵੀ ਮੈਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਇਹਦੇ ਵਿੱਚ ਕੀ ਏਜੰਡਾ ਹੋਊਗਾ ਉਹਦੇ ਬਾਰੇ ਵੇਰਵਾ ਮੰਗਿਆ ਗਿਆ ਹੈਗਾ। ਪਰ ਜਿਹੜੀ ਮੋੜਵੀਂ ਚਿੱਠੀ ਭੇਜੀ ਗਈ ਹੈ ਸਰਕਾਰ ਵੱਲੋਂ, ਉਹਦੇ ਵਿੱਚ ਕਿਹਾ ਗਿਆ ਕਿ ਏਜੰਡੇ ਦੇ ਵੇਰਵੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਜਿਹੜੀ ਮੀਟਿੰਗ ਦੇ ਮਗਰੋਂ ਸਾਂਝੇ ਕੀਤੇ ਜਾਣਗੇ। ਸੋ ਫਿਲਹਾਲ ਹਾਲ ਦੀ ਘੜੀ ਇਹੀ ਆ ਵੀ ਜਿਹੜੇ ਤਾਂ ਮੁੱਦੇ ਵਿਚਾਰੇ ਜਾਣੇ ਨੇ ਉਹ ਹੋ ਸਕਦੇ ਨੇ। ਅਸੀਂ ਮੋਟੇ ਤੌਰ ਤੇ ਅੰਦਾਜ਼ੇ ਲਾ ਸਕਦੇ ਹਾਂ, ਕਿਉਂਕਿ ਵਿਰੋਧ ਜੇਕਰ ਇਹ ਸੈਸ਼ਨ ਦੀ ਕਾਰਵਾਈ ਹੋਣੀ ਹੈ ਤਾਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਕੁੱਲ ਮਿਲਾ ਕੇ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਵਿਰੋਧੀਆਂ ਦੇ ਉੱਤੇ ਜਿਵੇਂ ਆਹ
ਚੰਨੀ ਵਾਲਾ ਮਾਮਲਾ ਆ ਗਿਆ, ਹੋਰ ਉਹ ਵਿਰੋਧੀ ਧਿਰ ਚੁੱਕ ਸਕਦੀ ਹੈ। ਜੀ ਪੰਜਾਬ ਸਰਕਾਰ ਆਪਣੇ ਵੱਲੋਂ ਕੋਈ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਹੈਗੇ ਜਿਵੇਂ ਕੋਈ ਬਿੱਲ ਲਿਆਉਣ ਵਾਲਾ ਉਹ ਕਰ ਸਕਦੀ, ਉਹ ਹਲੇ ਆਪਾਂ ਨੂੰ ਪਤਾ ਨਹੀਂ, ਆਪਾਂ ਕਹਿ ਨਹੀਂ ਸਕਦੇ। ਇਹ ਵਿਰੋਧੀ ਧਿਰ ਜੇਕਰ ਇਹ 2 ਦਿਨਾਂ 'ਚ ਕੀ ਕਰ ਸਕਦੇ ਨੇ, ਪੰਜਾਬ ਦੀ ਆਰਥਿਕਤਾ ਦਾ ਮੁੱਦਾ, ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਿਚੁਏਸ਼ਨ ਦਾ ਮੁੱਦਾ, ਹਾਲਾਂਕਿ ਅੱਜ ਕੱਲ ਕੋਈ 2 ਮਹੀਨੇ ਤੋਂ ਹੁਣ ਅਮਨ ਕਾਨੂੰਨ ਵਾਲਾ ਮੁੱਦਾ ਉਨਾ ਹਾਈਲਾਈਟ ਨਹੀਂ ਹੋ ਰਿਹਾ ਹੈਗਾ, ਜਾਂ ਫਿਰ ਜਿਹੜਾ ਸੂਬਾ ਸਰਕਾਰ ਦੀ ਥੋੜੀ ਜਿਹੀ ਮੀਡੀਆ ਨੂੰ ਲੈ ਕੇ ਜਿਹੜੀ ਪਾਲਿਸੀ ਆ ਇਹਦੇ ਉੱਤੇ ਸ਼ਾਇਦ ਹੋ ਸਕਦਾ ਵੀ ਵਿਰੋਧੀ ਤਰ੍ਹਾਂ ਘੇਰਨ। ਜੀ ਆਵਾਜ਼ ਆ ਰਹੀ ਹੈ ਸ਼ਿਵਿੰਦਰ ਜੀ? ਹਾਂਜੀ ਬਰਾੜ ਸਾਹਿਬ, ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ, ਕੀ ਮੇਰੀ ਆ ਰਹੀ ਹੈ ਤੁਹਾਨੂੰ? ਜੀ ਜੀ ਸ਼ਿਵਿੰਦਰ ਜੀ, ਡੀਜੀਪੀ ਦਾ ਮੁੱਦਾ ਵੀ ਵਿਚਾਰਿਆ ਜਾ ਸਕਦਾ, ਨਵੇਂ ਡੀਜੀਪੀ ਦਾ ਹੋ ਸਕਦਾ, ਇਹ ਵੀ ਉਭਾਰਿਆ ਜਾ ਸਕਦਾ। ਅਸਲ ਵਿੱਚ ਕਾਰਨ ਕੀ ਹੈਗਾ ਕਿ ਮੈਨੂੰ ਇਹ ਲੱਗਦਾ ਵੀ 2 ਦਿਨ ਦਾ ਜਦੋਂ ਇਜਲਾਸ ਸੱਦਿਆ ਜਾਂਦਾ ਨਾ, 2 ਦਿਨ ਵਿੱਚ ਕੋਈ ਖੁੱਲ੍ਹ ਕੇ ਬਹਿਸ ਤਾਂ ਹੁੰਦੀ ਨਹੀਂ। ਪਹਿਲੇ ਦਿਨ ਤਾਂ ਤੁਸੀਂ ਦੇਖੋ ਕਿ ਇਹਦੇ ਉਹੀ ਲੰਘ ਜਾਂਦਾ ਹੈਗਾ, ਪਹਿਲਾ ਜਿਹੜਾ ਦਿਨ ਹੈਗਾ। ਫਿਰ ਦੂਸਰੇ ਦਿਨ ਦੇ ਵਿੱਚ ਉਹੀ ਹੁੰਦਾ ਵੀ ਸਰਕਾਰ ਨੇ ਫਟਾਫਟ, ਜੋ ਮੈਨੂੰ ਸ਼ੱਕ ਜਿਹਾ ਲੱਗਦਾ ਵੀ ਇਹਨਾਂ ਨੇ ਕੋਈ ਆਪਣੇ ਜਿਹੜੇ ਬਿੱਲ ਬੁੱਲ ਲਿਆਉਣੇ ਆ ਉਹਨਾਂ ਦੇ ਉੱਤੇ ਉਹ ਫਟਾਫਟ ਜਿਹੜਾ ਉਹ ਪਾਸ ਕਰਵਾ ਲੈਣੇ ਨੇ, ਜਾਂ ਜ਼ੁਬਾਨੀ ਕਲਾਮੀ ਕੰਮ ਹੋ ਜਾਣਾ। ਇਹਦੇ ਵਿੱਚ ਕੋਈ 2 ਦਿਨ ਦੇ ਵਿੱਚ ਕੋਈ ਸੰਜੀਦਾ ਬਹਿਸ ਜੇ ਆਪਾਂ ਸੰਸਦੀ ਇਤਿਹਾਸ ਦੇਖੀਏ ਉਹਦੇ ਵਿੱਚ ਵੀ ਨਹੀਂ ਕਦੇ ਉਸ ਤਰ੍ਹਾਂ ਹੁੰਦੀ। ਜੇਕਰ ਸੂਬਾ ਸਰਕਾਰ ਕੋਈ ਬੁਲਾਉਂਦੀ ਹੁੰਦੀ ਹੈ 1-2 ਦਿਨ ਦਾ ਸੈਸ਼ਨ, ਤਾਂ ਉਹਦੇ ਵਿੱਚ ਵੀ ਕਦੇ ਕੋਈ ਸਪਸ਼ਟ ਤਰੀਕੇ ਨਾਲ ਗੱਲ ਰਿੜਕੀ ਨਹੀਂ ਜਾਂਦੀ ਹੈ ਜੀ ਜੋ ਕੁਛ ਚੰਗੀ ਡਿਬੇਟ ਹੋ ਸਕੇ। ਇਹ ਹੁਣ 2 ਦਿਨ ਵਾਲਾ ਇਜਲਾਸ ਮੈਨੂੰ ਤਾਂ ਇਹਨਾਂ ਦਾ ਕੋਈ ਲੱਗਦਾ ਵੀ ਇਹਨਾਂ ਨੇ ਕੋਈ ਆਪਣੇ ਕੋਈ ਬਿੱਲਾਂ, ਜਿਹੜੇ ਬਿੱਲ ਵਗੈਰਾ ਜਾਂ ਕੋਈ ਹੋਰ ਹੈਗੇ ਆ, ਉਹਨੂੰ ਮੁੱਖ ਰੱਖਦੇ ਹੋਏ ਬੁਲਾਇਆ ਹੋਏਗਾ। ਜੀ ਦੂਸਰਾ, ਭਾਜਪਾ ਪ੍ਰਧਾਨ ਹੋਰਾਂ ਨੇ ਕਿਹਾ ਕਿ ਮੋਦੀ ਸਾਹਿਬ ਸਿੱਖਾਂ ਦੇ ਹਮਦਰਦ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੱਲ ਅਸਲ 'ਚ ਭਾਜਪਾ ਦੇ ਪ੍ਰਧਾਨ JP ਨੱਡਾ ਹੋਰੇ ਪੰਜਾਬ ਆਏ ਹੋਏ ਸੀਗੇ। ਪੰਜਾਬ ਦੀ ਵਿੱਚ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਹੁਸ਼ਿਆਰਪੁਰ ਦੇ ਵਿੱਚ, ਇੱਥੇ ਗੁਰਦਾਸਪੁਰ ਦੇ ਆਏ ਹੋਏ ਸੀ, ਜਿਹਨੂੰ ਕਹਿੰਦੇ ਆ, ਉੱਥੇ ਜਾ ਕੇ ਉਹਨਾਂ ਨੇ ਆਪਣੇ ਗੱਲਬਾਤ ਕੀਤੀ ਕਿ ਅਸਲ ਵਿੱਚ ਉਹਨਾਂ ਨੇ ਦੱਸਿਆ ਵੀ ਕਿੱਦਾਂ ਜਿਹੜਾ ਹੈਗੇ ਅਸੀਂ, ਸਾਡੀ ਜਿਹੜੀ ਸਰਕਾਰ ਹੈ ਉਹਨੇ ਕੰਮ ਕੀਤਾ ਹੈਗਾ ਹੁਸ਼ਿਆਰਪੁਰ ਜਾ ਕੇ। ਉਹਨਾਂ ਨੇ ਕਿਹਾ ਕਿ 9 ਸਾਲਾਂ ਵਿੱਚ ਜਿਹੜਾ ਵਿਕਾਸ ਹੋਇਆ ਉਹ ਕਿਸੇ ਨੇ ਨਹੀਂ ਕੀਤਾ। ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਅਸੀਂ ਜਿਹੜਾ ਹੈਗਾ ਜੀ, ਮੋਦੀ ਸਰਕਾਰ ਸਿੱਖਾਂ ਦੇ ਲਈ ਬਹੁਤ ਹਮਦਰਦੀ ਰੱਖਦੇ ਨੇ, ਤੇ ਸਿੱਖਾਂ ਲਈ ਉਹਨਾਂ ਨੇ ਫਿਰ ਕੁਝ ਕੰਮ ਵੀ ਘਟਾ ਦਿੱਤੇ। ਜਿਵੇਂ ਇੱਕ ਉਹਨਾਂ ਨੇ ਕਿਹਾ ਜਿਹੜਾ ਕਰਤਾਰਪੁਰ ਕੋਰੀਡੋਰ ਵਾਲਾ ਕੰਮ ਹੈ, ਉਹ ਵੀ ਮੋਦੀ ਜੀ ਕਰਕੇ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਉੱਥੇ ਦਰਬਾਰ ਸਾਹਿਬ ਤੇ GST ਲੱਗਦੀ ਸੀ ਉਹ ਵੀ ਅਸੀਂ ਮਾਫ ਕਰਵਾਈ ਆ। ਲੰਗਰ ਦੀ GST ਦਾ ਮੁੱਦਾ ਜਿਹਨੂੰ ਆਪਾਂ ਕਹਿੰਦੇ ਹਾਂ। ਫਿਰ ਨਾਲ ਦੀ ਨਾਲ ਤੀਜਾ ਜਿਹੜਾ ਕਾਲੀ ਸੂਚੀ ਵਾਲਾ ਮੁੱਦਾ, ਵੀ ਕਾਲੀ ਸੂਚੀ ਵੀ ਖਤਮ ਕਰ ਦਿੱਤੀ ਗਈ ਹੈ, ਇਹ ਉਹਨਾਂ ਨੇ ਕਿਹਾ ਹੈਗਾ। ਇਹ ਕੁਝ ਮੁੱਦੇ ਗਣਾਏ ਨੇ। ਹੁਣ ਚੱਕਰ ਦੇਖਿਆ ਜਾਵੇ ਤਾਂ ਇਹ ਜਿਹੜੇ ਸਾਰੇ ਮੁੱਦੇ ਨੇ, ਇਹ ਸਾਰੇ ਮੁੱਦਿਆਂ ਦਾ ਕੋਈ ਆਧਾਰ ਨਹੀਂ ਹੈਗਾ ਆਪਣਾ, ਕਿਉਂਕਿ ਜਿਹਨੂੰ ਕਹਿੰਦੇ ਨੇ ਕਿ ਇਹਨੂੰ ਜੇ ਕੱਲੇ ਨੂੰ ਗਣਾਈਏ, ਇਹ ਸਾਰਾ ਇਹ ਲੱਗਦਾ ਕਿ ਜਿਵੇਂ ਉਹਨਾਂ ਨੇ ਜ਼ਿਆਦਾ ਉਹਨਾਂ ਕੋਲ ਜਾਣਕਾਰੀ ਨਹੀਂ ਜਾਂ ਝੂਠ ਬੋਲ ਗਏ। ਪਹਿਲੀ ਗੱਲ ਤਾਂ ਇਹ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਕੋਰੀਡੋਰ ਵਾਲਾ ਮਸਲਾ ਨਾ, ਇਹ ਦੋਵਾਂ ਮੁੱਦਿਆਂ ਦੇ ਵਿੱਚ 1996 ਦਾ ਚੱਲਦਾ ਸੀਗਾ, 96 ਦਾ ਇਹ ਮੁੱਦਾ ਚੱਲਦਾ ਸੀ। ਤੇ ਇਹਦਾ ਸਾਕਾਰ ਕਿਵੇਂ ਹੋਇਆ ਆਪਾਂ ਨੂੰ ਪਤਾ ਵੀ ਜਦੋਂ ਨਵਜੋਤ ਸਿੰਘ ਸਿੱਧੂ ਆ ਉੱਥੇ ਜਾਂਦਾ ਹੈ, ਉਦੋਂ ਹੀ ਉਹ ਜਾਵੇਦ ਬਾਜਵਾ ਨਾਲ ਜੱਫੀ ਪੈਂਦੀ ਇਹਨਾਂ ਦੀ। ਉਹਨੂੰ ਲੈ ਕੇ BJP ਨੇ ਬੜਾ ਰੌਲਾ ਪਾਇਆ ਕਿ ਦੇਖੋ ਜੀ ਜੱਫੀ ਪਾਈ ਹੋਈ ਆ, ਦੁਸ਼ਮਣ ਦੇਸ਼ ਤੇ ਫੌਜ ਮੁਖੀ ਨਾਲ ਜੱਫੀ ਪਾ ਲਈ, ਫਲਾਣਾ ਢੀਗੜਾ। ਹੁਣ ਉਹਨਾਂ ਨੂੰ ਇੱਕ ਉਹ ਭਾਵਨਾ ਦਾ ਪਤਾ ਨਹੀਂ ਸੀ ਜਿਹੜੀ ਪੰਜਾਬੀਆਂ ਦੀ ਭਾਵਨਾ ਹੈਗੀ ਵੀ ਪੰਜਾਬੀ ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਜੱਫੀ ਪਾ ਕੇ ਹੀ ਮਿਲਦੇ ਹੈਗੇ ਨੇ। ਇਹ ਮਤਲਬ ਪੰਜਾਬੀਆਂ ਦਾ ਇੱਕ ਉਹ ਹੈਗਾ, ਖਾਸ ਕਰਕੇ ਲਹਿੰਦੇ ਪੰਜਾਬ ਵਾਲੇ ਮਾਮਲੇ ਵਿੱਚ ਆਪਣੇ ਜਦ ਚੜ੍ਹਦੇ ਪੰਜਾਬ ਲਹਿੰਦੇ ਪੰਜਾਬ ਦੇ ਰਿਸ਼ਤੇ ਨੂੰ ਲੈ ਕੇ ਪੰਜਾਬੀ ਬਹੁਤ ਸੰਵੇਦਨਸ਼ੀਲ ਹੈਗੇ ਨੇ, ਬਹੁਤ ਜਜ਼ਬਾਤੀ ਨੇ। ਉਹਨੂੰ ਮਤਲਬ ਉਹ ਭਾਵਨਾ ਨੂੰ ਜਿਹੜੀ ਹੈਗੀ ਨਾ ਤਾਂ BJP ਸਮਝਦੀ ਹੈ, ਨਾ ਹੀ ਸ਼ਾਇਦ ਭਾਰਤ ਦੇ ਹੋਰ ਹਿੱਸੇ ਸਮਝਦੇ ਹੈਗੇ ਨੇ। ਉਹਨੂੰ ਲੈ ਕੇ ਰੌਲਾ ਪਾਇਆ ਗਿਆ। ਫਿਰ ਜਦੋਂ ਨਵਜੋਤ ਸਿੰਘ ਸਿੱਧੂ ਨੇ ਆ ਕੇ ਕਿਹਾ, ਐਲਾਨ ਕੀਤਾ, ਦੱਸਿਆ ਕਿ ਦੇਖੋ ਜੀ ਹੁਣ ਪਾਕਿਸਤਾਨ ਦੀ ਸਰਕਾਰ ਆਹ ਕੁਛ ਕਰਨ ਲੱਗੀ ਹੋਈ ਆ ਵੀ ਇੱਕ ਕਰਤਾਰਪੁਰ ਕੋਰੀਡੋਰ ਦਾ ਤੋਹਫਾ ਦੇਣ ਲੱਗੀ। ਤੁਸੀਂ ਯਾਦ ਕਰੋ ਕਿ ਅਖਬਾਰਾਂ ਦੀਆਂ ਹਲੇ ਸੁਰਖੀਆਂ ਵੀ ਜਿਹੜੀਆਂ ਉਹ ਫਿੱਕੀਆਂ ਨਹੀਂ ਪਈਆਂ ਹੋਣੀਆਂ, ਸੁੱਕੀਆਂ ਨਹੀਂ ਹੋਣੀਆਂ। ਉਸੇ ਟਾਈਮ ਇੱਕ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਰੋਧ ਕੀਤਾ ਸੀ ਉਹਦਾ, ਕਿਉਂਕਿ ਉਹ ਸਰਕਾਰ ਦੇ ਵਿੱਚ ਸੀਗੀ ਵੀ ਆ ਸਿੱਧੂ ਨੇ ਆਏ ਮਰੀ ਜਾਂਦਾ, ਸਿੱਧੂ ਨੇ ਆਏ ਕਰਤਾ, ਫਲਾਨਾ ਕਰਤਾ ਹੈ, ਕਿਉਂਕਿ ਉਹਨੇ BJP ਦੀ ਬੋਲੀ ਬੋਲਣੀ ਸੀ। ਉਸੇ ਸਮੇਂ ਸੁਸ਼ਮਾ ਸਵਰਾਜ ਹੈ ਜਿਨ੍ਹਾਂ ਕੋਲ ਉਦੋਂ ਸ਼ਾਇਦ ਵਿਦੇਸ਼ ਮਹਿਕਮਾ ਸੀ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਭਾਰਤ ਸਰਕਾਰ ਦੀ ਇਹੋ ਜਿਹੀ ਕੋਈ ਤਜਵੀਜ਼ ਨਹੀਂ ਹੈਗੀ, ਕਿਉਂਕਿ ਇਹ 2 ਸਰਕਾਰਾਂ ਦੀ ਇਜਾਜ਼ਤ ਨਾਲ ਹੋਣਾ ਸੀ ਨਾ, ਵੀ ਭਾਰਤ ਸਰਕਾਰ ਦੇ ਬੰਨੇ ਤਾਂ ਹਲੇ ਤੱਕ ਕੋਈ ਇਹੋ ਜਿਹੀ ਗੱਲ ਕੀਤੀ ਨਹੀਂ ਹੈਗੀ। ਇਹ ਤਾਂ ਐਵੇਂ ਗੱਲਾਂ ਬਾਤਾਂ ਹੋਈ ਜਾਂਦੀਆਂ। ਫਿਰ BJP ਦੇ ਲੀਡਰਾਂ ਨੇ ਇਹ ਪ੍ਰਚਾਰ ਕੀਤਾ ਕਿ ਤੁਹਾਡੇ ਇਹ
ਛੋਟੇ ਵੱਡੇ ਤੋਂ ਲੈ ਕੇ ਸਾਰੇ ਭਾਜਪਾ ਦੇ ਲੀਡਰ ਸੰਬਿਤ ਪਾਤਰਾ ਵਰਗੇ ਲੱਗੇ ਹੋਏ ਸੀਗੇ ਕਿ ਜੇ ਕੋਰੀਡੋਰ ਖੁੱਲ ਜੂਗਾ, ਅੱਤਵਾਦ ਆ ਜੂਗਾ, ਫਲਾਨਾ ਹੋ ਜੂਗਾ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਆਵਾਜ਼ ਜਿਹੜੀ ਹੈਗੀ ਆ ਪੰਜਾਬ ਵਿੱਚ ਤੇ ਵਿਦੇਸ਼ਾਂ ਵਿੱਚ ਵਸਦੇ ਹੋਏ ਜਿਹੜੇ ਸਿੱਖ ਹੈ ਜਾਂ ਪੰਜਾਬੀ ਨੇ, ਉਹਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ, ਤਾਂ ਫਿਰ ਇਹਨਾਂ ਨੂੰ ਜਿਹੜਾ ਹੈਗਾ ਉਹ ਹਾਂ ਕਰਨੀ ਪਈ। ਮਤਲਬ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਨਜ਼ਰੀਆ ਸੀਗਾ ਜਾਂ ਇਹਨਾਂ ਦੀ ਐਟੀਟਿਊਡ ਸੀਗਾ ਉਹ ਤਾਂ ਕੋਈ ਇਹਦੇ ਖਿਲਾਫ ਸੀਗਾ ਜਾਂ ਮਤਲਬ, ਤੇ ਹੁਣੇ ਜਾ ਕੇ ਭੁਗਤਾਉਣ ਲੱਗੇ ਹੋਏ ਹੈਗੇ ਨੇ। ਇਹ ਸਾਰੀ ਕਹਾਣੀ ਸੀ, ਇਹਦੀਆਂ ਹਾਲੇ ਸੁਰਖੀਆਂ ਸੁੱਕੀਆਂ ਨਹੀਂ ਹੈਗੀਆਂ। ਅੱਛਾ, ਦੂਜਾ ਮਸਲਾ, ਫਿਰ ਇਹਨਾਂ ਨੇ ਕਿਹਾ ਕਿ ਮੋਦੀ ਜੀ ਨੇ GST ਮਾਫ ਕਰ ਦਿੱਤੀ। ਪਹਿਲੀ ਗੱਲ ਤਾਂ GST ਲਾਈ ਕਿਹਨੇ ਸੀ ਲੰਗਰ ਦੇ ਉੱਤੇ? ਲਾਈ ਵੀ ਤਾਂ ਇਹਨਾਂ ਦੀ ਸਰਕਾਰ ਨੇ ਲਾਈ ਸੀਗੀ, ਕਿਉਂਕਿ ਹੋਰ ਕਿਸੇ ਦੀ ਹੁਕੂਮਤ ਨੇ ਲਾਈ ਨਹੀਂ ਸੀ। ਇਹਨਾਂ ਦੀ ਸਰਕਾਰ ਨੇ GST ਲਾਈ, ਤੇ ਜਿਹਨੂੰ ਕਿ ਉਸ ਸਮੇਂ ਕੁਝ ਲੋਕਾਂ ਨੇ ਜਜ਼ੀਆ ਕਿਹਾ, ਤੇ ਬਾਅਦ ਵਿੱਚ ਕੀ ਹੈ ਕਿ ਇਹਨਾਂ ਦੀ ਅਕਾਲੀ ਦਲ ਵਾਲਿਆਂ ਨੇ ਵਿਰੋਧ ਕਰਨ ਦੀ ਜਗ੍ਹਾ ਮਿੰਨਤਾਂ ਕੀਤੀਆਂ ਜੀ GST ਹਟਾ ਦਿੱਤੀ ਜਾਵੇ। ਫਿਰ GST ਹਟਾਈ ਗਈ, ਤਾਂ ਹਟਾਈ ਵੀ ਤੁਸੀਂ, ਲਾਈ ਵੀ ਤੁਸੀਂ। ਫਿਰ ਇਹਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਸਿੱਖਾਂ ਪ੍ਰਤੀ ਜੀ ਤੁਸੀਂ ਬੜੇ ਉਹ ਹੈਗੇ ਹੋ? ਅੱਛਾ, ਤੀਜਾ ਮਸਲਾ ਜਿਹੜੀ ਬਲੈਕ ਲਿਸਟ ਵਾਲਾ ਅਜੇ ਤੱਕ ਸਰਕਾਰ ਸਪਸ਼ਟ ਨਹੀਂ ਕਰ ਸਕੀ। ਪਹਿਲੀ ਗੱਲ ਤਾਂ ਬਲੈਕ ਲਿਸਟ ਦੀ ਜਿਹੜੀ ਧਾਰਨਾ ਅਜੇ ਤੱਕ ਸਪਸ਼ਟ ਨਹੀਂ ਹੈਗੀ ਕਿ ਬਲੈਕ ਲਿਸਟ ਨੂੰ ਕੀ ਹੁੰਦੀ ਆ, ਕਿਵੇਂ ਹੁੰਦੀ ਆ, ਇਹ ਸਰਕਾਰ ਨੇ ਅਸਪਸ਼ਟ ਰੱਖੀ ਹੋਈ ਆ। ਦੂਜੀ ਗੱਲ, ਵਿਦੇਸ਼ਾਂ ਵਿੱਚ ਵਾਸਤੇ ਹਾਲੇ ਵੀ ਬਹੁਤ ਸਾਰੇ ਪੰਜਾਬੀਆਂ ਨੂੰ ਬਲੈਕ ਲਿਸਟਡ ਹੋਣ ਦਾ ਡਰ ਰਹਿੰਦਾ ਹੈਗਾ। ਤੇ ਇੱਥੋਂ ਤੱਕ ਕਿ ਜਦੋਂ ਇੱਕ ਵਾਰ ਥੋੜੀ ਜਿਹੀ ਗੱਲ ਚੱਲੀ ਸੀ 19 ਦੇ ਵਿੱਚ, ਉਦੋਂ ਸੰਸਦ ਦੇ ਵਿੱਚ ਬਿਆਨ ਦਿੰਦੇ ਹੋਏ ਏਕਤਾ ਰਾਜਵਾਨੇ ਦੀ ਸਜ਼ਾ ਮਾਫੀ ਵਾਲਾ ਮੁੱਦਾ ਸੀ ਕਿ ਵੀ ਬਲੈਕ ਲਿਸਟ ਵਾਲਾ, ਉਦੋਂ ਵੀ ਅਮਿਤ ਸ਼ਾਹ ਗੱਲ ਨੂੰ ਗੋਲ ਕਰਕੇ ਉਹਦੇ ਵਿੱਚ ਸਪਸ਼ਟੀਕਰਨ ਨਹੀਂ ਆਇਆ। ਅੱਛਾ, ਇਹਦੇ ਤੋਂ ਬਿਨਾਂ ਫਿਰ ਆਪਾਂ ਪੂਰੀ ਹਿਸਟਰੀ ਦੇਖ ਲੈਂਦੇ ਹਾਂ, ਉੱਥੋਂ ਵੀ ਪਤਾ ਲੱਗ ਜੂ ਵੀ BJP ਤੇ ਜਿਹੜਾ RSS ਹੈਗੀ ਆ ਉਹ ਕਿੰਨੀ ਸਿੱਖਾਂ ਦੇ ਨਾਲ ਹਮਦਰਦੀ ਰੱਖਦੀ ਆ। ਉਹਦੇ ਵੈਸੇ ਇੱਕ ਤਾਂ ਮੈਂ ਖੁਦ ਵੀ ਇਸ ਵਿਸ਼ੇ ਦੇ ਉੱਤੇ ਆਪਣਾ ਇੱਕ ਆਰਟੀਕਲ ਰਿਸਰਚ ਭਰਪੂਰ ਲਿਖਿਆ ਹੋਇਆ ਦਾ ਕਾਰਵਾਨ ਮੈਗਜ਼ੀਨ ਦੇ ਵਿੱਚ ਹੈ। ਕੋਈ ਬੰਦਾ ਸਾਡਾ ਸਰੋਤਾ ਜਿਹੜਾ ਹੈਗਾ ਉਹਨੂੰ ਗੂਗਲ ਉੱਤੇ ਮੇਰਾ ਨਾਮ ਸਰਚ ਕਰਕੇ ਨਾਲ ਕਾਰਵਾਨ ਕਰਕੇ ਪੜ੍ਹ ਸਕਦਾ। ਉਹ ਅੰਗਰੇਜ਼ੀ ਤੇ ਹਿੰਦੀ ਦੋਹਾਂ ਛਪਿਆ ਹੋਇਆ ਹੈਗਾ, ਤੇ ਉਹ ਪਿਆ ਉੱਤੇ, ਤੇ ਨਾਲ ਦੀ ਨਾਲ ਹੀ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਕੁਝ ਚੀਜ਼ਾਂ ਨਵੀਆਂ ਐਡ ਕਰਕੇ ਫਿਰ ਨਿਊਜ਼ ਕਲਿੱਕ ਉੱਤੇ ਵੀ ਛਪਿਆ ਹੋਇਆ। ਨਿਊਜ਼ ਕਲਿੱਕ ਉੱਤੇ ਵਿੱਚ ਵੀ ਤੁਹਾਨੂੰ ਇਹ ਮੇਰਾ ਆਰਟੀਕਲ ਅੰਗਰੇਜ਼ੀ ਤੇ ਹਿੰਦੀ ਦੋਹਾਂ 'ਚ ਮਿਲ ਜਾਏਗਾ। ਅੱਛਾ, ਇਹਦੇ ਵਿੱਚ ਉਸ ਤੋਂ ਬਾਅਦ ਇਹਨੂੰ ਪੰਜਾਬੀ ਟ੍ਰਿਬਿਊਨ ਨੇ ਵੀ ਛਾਪਿਆ ਸੀਗਾ। ਤੇ ਉਹਦੇ ਵਿੱਚ ਕੀ ਅੱਗੇ ਮੈਂ ਦੱਸ ਦਿੰਦਾ ਕਿ ਜਦੋਂ ਜੇ ਇਹਨਾਂ ਦੀ ਪੂਰੀ ਹਿਸਟਰੀ ਦੇਖੀ ਜਾਵੇ ਉਹ ਇਸ ਤਰ੍ਹਾਂ ਦੀ ਹੈ ਕਿ ਪੰਜਾਬੀ ਸੂਬਾ ਅੰਦੋਲਨ ਜਦੋਂ ਚੱਲਦਾ ਸੀ ਉਦੋਂ ਆਪਾਂ ਨੂੰ ਪਤਾ ਵੀ ਜਿਹੜਾ ਜਨਸੰਘ ਹੁੰਦਾ ਸੀ ਉਹਨੇ ਪੰਜਾਬੀਆਂ ਨੂੰ ਆਪਸ ਵਿੱਚ ਲੜਾਇਆ। ਪੰਜਾਬੀ ਵੀ ਤੁਸੀਂ ਭਾਈ ਆਪਣਾ ਉਹ ਮਾਂ ਬੋਲੀ ਹੈ, ਹਿੰਦੀ ਦਿਖਾਉਣੀ ਹੈ, ਇਹ ਸਭ ਨੂੰ ਪਤਾ ਇਹ ਗੱਲ। ਅੱਛਾ, ਉਦੋਂ ਬਾਅਦ ਵਿੱਚ ਇਹ ਕਹਾਣੀ ਫਿਰ ਇੱਥੇ ਨਹੀਂ ਹੋਈ। ਦਰਬਾਰ ਸਾਹਿਬ ਦਾ ਇੱਕ ਮਾਡਲ ਸੀਗਾ ਰੇਲਵੇ ਸਟੇਸ਼ਨ ਕੋਲ ਲੱਗਿਆ ਹੋਇਆ ਅੰਮ੍ਰਿਤਸਰ ਦੇ ਵਿੱਚ, ਉਹ ਦਰਬਾਰ ਸਾਹਿਬ ਦਾ ਮਾਡਲ ਤੋੜਨ ਵਾਲੇ ਬੰਦੇ ਦਾ ਨਾਮ ਸੀ ਹਰਬੰਸ ਲਾਲ ਖੰਨਾ। ਇਹ BJP ਦਾ ਸਟੇਟ ਕਮੇਟੀ ਦਾ ਮੈਂਬਰ ਸੀਗਾ, ਉਹਨੂੰ ਬਾਅਦ ਵਿੱਚ ਮਿਲੀਟੈਂਟਸ ਨੇ ਮਾਰ ਦਿੱਤਾ ਸੀਗਾ। ਤੇ ਅੱਛਾ, ਬਲੂ ਸਟਾਰ ਆਪਰੇਸ਼ਨ ਦੀ ਗੱਲ ਕਰ ਲੈਂਦੇ ਆ, ਕਿਉਂਕਿ ਜੇ ਇਹਨਾਂ ਦੇ ਕਰੈਕਟਰ ਨੂੰ ਦੇਖਣਾ ਹੋਵੇ, ਬਲੂ ਸਟਾਰ ਆਪਰੇਸ਼ਨ ਦੌਰਾਨ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਬਹੁਤ ਸਾਰੇ ਜਿਹੜੇ ਹੈਗੇ ਆ ਜਿਹੜੇ BJP ਤੇ RSS ਦੇ ਬੰਦਿਆਂ ਦੇ ਵੱਲੋਂ ਭੰਗੜੇ ਪਾਏ ਗਏ ਸੀਗੇ। ਜਿਹੜੀਆਂ ਖਬਰਾਂ ਉਸ ਸਮੇਂ ਦੇ ਅਖਬਾਰਾਂ ਵਿੱਚ ਸਭ ਛਪੀਆਂ ਹੋਈਆਂ, ਜੇ ਦਿੱਲੀ ਦੇ ਅਖਬਾਰ ਦੇਖੋ। ਅੱਛਾ, ਦੂਜੀ ਚੀਜ਼, ਅਡਵਾਨੀ ਖੁਦ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਸਵੀਕਾਰ ਕੀਤਾ ਕਿ ਦਰਬਾਰ ਸਾਹਿਬ ਉੱਤੇ ਜਿਹੜੀ ਫੌਜੀ ਕਾਰਵਾਈ ਹੈ ਉਹ ਮੇਰੇ ਕਹਿਣ ਤੇ ਜਾਂ ਸਾਡੇ ਦਬਾਅ ਉੱਤੇ ਹੋਈ। ਮੈਂ ਤੇ ਜਿਹੜਾ ਹੈਗਾ ਵਾਜਪੇਈ ਸਾਹਿਬ ਨੇ ਇਸ ਲਈ ਦਬਾਅ ਪਾਇਆ ਸੀਗਾ ਇੰਦਰਾ ਗਾਂਧੀ ਦੇ ਉੱਤੇ। ਇਹੀ ਨਹੀਂ ਬਲਕਿ ਉਸ ਸਮੇਂ ਦੀਆਂ ਅਖਬਾਰਾਂ ਵੀ ਜਦੋਂ ਮੈਂ ਘੋਖਣ ਦੀ ਕੋਸ਼ਿਸ਼ ਕੀਤੀ ਤਾਂ ਅਖਬਾਰਾਂ ਦੇ ਵਿੱਚ ਇਹਨਾਂ ਦੇ ਪ੍ਰੋਟੈਸਟ ਵੀ ਦਿਖਾਏ ਗਏ ਵੀ ਇਹਨਾਂ ਨੇ ਪ੍ਰੋਟੈਸਟ ਇਸ ਲਈ ਕੀਤੇ ਕਿ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਜਾਵੇ। ਤੇ ਇਹੀ ਜਿਹੜੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਦਾ ਟਰਾਮਾ ਐਂਡ ਟ੍ਰਾਇੰਫ ਆਫ ਪੰਜਾਬ ਦੇ ਵਿੱਚ ਅਡਵਾਨੀ ਇਹ ਚੈਪਟਰ ਆ ਮਤਲਬ ਉਸ ਕਿਤਾਬ ਦਾ। ਉਹਦੇ ਵਿੱਚ ਉਹਨਾਂ ਨੇ ਉਹ ਲਿਖਦੇ ਨੇ ਕਿ BJP ਦੇ ਇਤਿਹਾਸ ਦੇ ਵਿੱਚ ਇੱਕ ਪ੍ਰਮੁੱਖ ਜਨ ਅੰਦੋਲਨ ਸਾਡਾ ਸੀਗਾ। ਇਹ ਮਤਲਬ ਉਸ ਕਿਤਾਬ ਦੀ ਵਰਡਿੰਗ ਹੈਗੀ ਹੈ ਦੇ ਲਿਖਿਆ ਹੋਇਆ ਜਿਹੜਾ, ਤੇ ਉਹ ਸੀਗਾ ਕਿ ਭਿੰਡਰਾਂ ਵਾਲੇ ਤੇ ਉਹਦੀ ਜਿਹੜੀ ਨਿੱਜੀ ਸੈਨਾ ਵਾ ਉਹਦੇ ਸਾਹਮਣੇ ਸਰਕਾਰ ਆਤਮ ਸਮਰਪਣ ਕਰ ਚੁੱਕੀ ਸੀ। ਅਸੀਂ ਚਾਹੁੰਦੇ ਸੀਗੇ ਵੀ ਉਹ ਸਰਕਾਰ ਉਹਦੇ ਤੇ ਕਾਰਵਾਈ ਕਰੇ, ਤੇ ਉਹ ਕਾਰਵਾਈ ਨੂੰ ਕਰਾਉਣਾ ਸਾਡਾ ਜਿਹੜਾ ਪ੍ਰਮੁੱਖ ਸਾਡੀ ਪ੍ਰਾਪਤੀ ਹੈ। ਇਹ ਗੱਲਾਂ ਜਿਹੜੀਆਂ ਹੈਗੀਆਂ ਅਡਵਾਨੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਲਿਖਦਾ ਹੈਗਾ। ਅੱਛਾ, ਉਸ ਤੋਂ ਬਾਅਦ ਵਿੱਚ ਫਿਰ ਜੇ ਮੋਦੀ ਸਰਕਾਰ ਦੇ ਨੇ ਜਿਹੜਾ ਆਪਣੇ ਟਾਈਮ ਦੇ ਵਿੱਚ ਹੀ ਨਾਨਾ ਜੀ ਦੇਸ਼ਮੁਖ ਹੈ ਉਹਨੂੰ ਇਹਨਾਂ ਨੇ ਭਾਰਤ ਰਤਨ ਦਿੱਤਾ। ਤੁਸੀਂ ਦੇਖੋ ਕਿ ਜਦੋਂ ਇਹ ਦਿੱਤਾ ਗਿਆ ਇਹਦੇ ਵਿੱਚ ਜਿਹੜੀ ਅਕਾਲੀ ਸਰਕਾਰ ਹੈ ਉਹ ਅਕਾਲੀ ਦਲ ਹੈ ਜਿਹੜਾ ਉਹ BJP ਦੀ ਸਰਕਾਰ ਦੇ ਵਿੱਚ ਸ਼ਾਮਲ ਹੁੰਦਾ ਹੈਗਾ। ਅਕਾਲੀ ਦਲ ਇਹਦਾ ਵਿਰੋਧ ਨਹੀਂ ਕਰਦਾ ਹੈਗਾ। ਇਹ ਚੀਜ਼ ਨੋਟ ਕਰਨ ਵਾਲੀ ਹੈ। ਹੁਣ ਭਾਵੇਂ ਇਹਨਾਂ ਦਾ ਗੱਠਜੋੜ ਟੁੱਟ ਗਿਆ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਨਾਨਾ ਜੀ ਦੇਸ਼ਮੁਖ ਕੌਣ ਸੀਗਾ। ਨਾਨਾ ਜੀ ਦੇਸ਼ਮੁਖ ਸੀਗਾ, ਉਹਨੇ ਇੱਕ ਲੇਖ ਲਿਖਿਆ ਸੀ ਮੋਮੈਂਟਸ ਆਫ ਸੋਲ ਸਰਚਿੰਗ।
ਜੀ ਇਹਦੇ ਵਿੱਚ ਉਹਨੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਫੌਜੀ ਕਾਰਵਾਈ ਕੀਤੀ ਗਈ ਸੀਗੀ ਉਹਦੇ ਵਿੱਚ ਇੰਦਰਾ ਗਾਂਧੀ ਦੀ ਤਾਰੀਫ ਕੀਤੀ ਸੀ ਤੇ 1984 ਦੇ ਵਿੱਚ ਜਿਹੜਾ ਸਿੱਖ ਕਤਲੇਆਮ ਹੋਇਆ ਸੀ ਉਹਨੂੰ ਜਸਟੀਫਾਈ ਕੀਤਾ ਸੀ, ਕਿਹਾ ਸੀਗਾ ਕਿ ਇਹਦੇ ਲਈ ਸਿੱਖ ਲੀਡਰ ਹੀ ਦੋਸ਼ੀ ਹੈਗੇ ਨੇ, ਇਹ ਸਹੀ ਕੀਤਾ ਹੈ, ਸਹੀ ਹੋਇਆ ਕਤਲੇਆਮ। ਤੇ ਇਸ ਬੰਦੇ ਨੂੰ ਮੋਦੀ ਸਰਕਾਰ ਨੇ ਹੁਣੀ ਆਪਣੇ ਟਾਈਮ ਦੇ ਵਿੱਚ ਹੀ ਜਿਹੜਾ ਹੈਗਾ ਭਾਰਤ ਰਤਨ ਦਾ ਖਿਤਾਬ ਦਿੱਤਾ ਹੈਗਾ। ਤੇ ਇਹਦੇ ਨਾਲ ਹੀ ਤੁਸੀਂ ਦੇਖੋ ਕਿ ਅਰੁਣ ਸ਼ੌਰੀ ਜਿਹੜਾ ਕਿ ਵਾਜਪਾਈ ਸਰਕਾਰ ਦੇ ਵਿੱਚ ਮੰਤਰੀ ਰਿਹਾ, ਅੱਜ ਕੱਲ ਇਹਨਾਂ ਤੋਂ ਗੁੱਸੇ ਹੋ ਕੇ ਅਲੱਗ ਹੋ ਗਿਆ, ਉਹਨੇ ਵੀ ਇੱਕ ਆਰਟੀਕਲ ਲਿਖਿਆ ਸੀਗਾ ਲੈਸਨ ਫਰੋਮ ਦਾ ਪੰਜਾਬ। ਉਹ ਇੱਕ ਕਿਤਾਬ ਆਈ ਸੀਗੀ, ਸਮੂਹਿਕ ਲੇਖਾਂ ਵਾਲੀ ਕਿਤਾਬ ਸੀ, ਉਹਦਾ ਨਾਮ ਸੀ ਦਾ ਪੰਜਾਬ ਸਟੋਰੀ। ਉਸ ਲੇਖ ਦੇ ਵਿੱਚ ਵੀ ਜਿਹੜਾ ਹੈਗਾ ਅਰੁਣ ਸ਼ੌਰੀ ਨੇ ਜੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਹਨੂੰ ਸਹੀ ਠਹਿਰਾਇਆ ਸੀਗਾ। ਮੈਂ ਮਤਲਬ ਤੁਹਾਨੂੰ ਇਕੱਲੇ ਕਰੈਕਟਰ ਦੱਸੀ ਜਾ ਰਿਹਾ ਹੈਗਾ। ਅੱਛਾ, ਫਿਰ ਆਇਆ 84 ਦਾ ਕਤਲੇਆਮ। 84 ਦੇ ਕਤਲੇਆਮ ਦੇ ਵਿੱਚ ਬੀਜੇਪੀ ਦੇ ਸੰਘ ਦੇ ਲੀਡਰ ਜਿਹੜੇ ਵੀ ਸ਼ਾਮਲ ਸੀਗੇ। ਇਹਦੀ ਇੱਕ ਤੁਹਾਨੂੰ ਹੋਰ ਉਦਾਹਰਨ ਦਿੰਦਾ ਕਿ ਜਦੋਂ ਮੈਂ ਇਸ ਸਟੋਰੀ ਤੇ ਕੰਮ ਕੀਤਾ ਤਾਂ ਦਿੱਲੀ ਦੇ ਵਿੱਚ ਕੀ ਹੋਇਆ ਕਿ ਦਿੱਲੀ ਦੇ ਕਈ ਸਾਰੇ ਇਲਾਕੇ ਜਿਵੇਂ ਦਿੱਲੀ ਸਿਟੀ ਪੁਲਿਸ ਸਟੇਸ਼ਨ ਹੋ ਗਿਆ, ਉਹਦੇ ਵਿੱਚ 14 FIR ਦਰਜ ਨੇ। ਇਹਦੇ ਵਿੱਚ ਬੀਜੇਪੀ ਤੇ RSS ਨਾਲ ਸੰਬੰਧਿਤ 49 ਬੰਦਿਆਂ ਦੇ ਨਾਂ ਸ਼ਾਮਲ ਨੇ ਇਸ FIR ਦੇ ਵਿੱਚ। ਤੇ ਇਹਨਾਂ ਵਿੱਚ ਸ਼੍ਰੀ ਨਿਵਾਸਪੁਰ ਪੁਲਿਸ ਸਟੇਸ਼ਨ ਦੇ ਦੱਖਣ ਦਿੱਲੀ ਦੇ ਵਿੱਚ ਜ਼ਿਆਦਾ ਮਾਮਲੇ ਦਰਜ ਨੇ। FIR ਤੋਂ ਪਤਾ ਲੱਗਦਾ ਕਿ ਹਰੀਨਗਰ, ਆਸ਼ਰਮ, ਭਗਵਾਨ ਨਗਰ, ਸਨਲਾਈਟ ਕਲੋਨੀ ਤੇ ਇਹਦੇ ਵਿੱਚ ਬੀਜੇਪੀ ਤੇ RSS ਦੇ ਲੀਡਰਾਂ ਦੇ ਖਿਲਾਫ ਹੱਤਿਆ ਦੇ ਮਾਮਲੇ, ਅਗਜ਼ਨੀ ਦੇ ਮਾਮਲੇ, ਮਤਲਬ ਅੱਗਾਂ ਲਾਉਣ ਦੇ ਮਾਮਲੇ, ਉਸ ਸਮੇਂ ਜਿਹੜੀ ਲੁੱਟ ਖਸੁੱਟ ਕਰਨ ਦੇ ਮਾਮਲੇ ਇਹ ਦਰਜ ਕੀਤੇ ਹੋਏ ਨੇ। ਅੱਛਾ, ਇੱਕ ਚੀਜ਼ ਹੋਰ, ਇਹਨਾਂ ਬੰਦਿਆਂ ਦੇ ਵਿੱਚ ਜਿਹੜਾ ਨਾਂ ਦਰਜ ਆ ਉਹਦੇ ਵਿੱਚੋਂ ਇੱਕ ਨਾਂ ਹੈਗਾ ਰਾਜਕੁਮਾਰ ਜੈਨ ਦਾ। ਰਾਜਕੁਮਾਰ ਜੈਨ ਕੌਣ ਆ? ਜਿਹੜਾ ਕਿ 1980 ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਅਟਲ ਬਿਹਾਰੀ ਵਾਜਪੇਈ ਦਾ ਚੋਣ ਏਜੰਟ ਸੀਗਾ। ਤੇ ਇਹਦੀ ਇੱਕ ਹੋਰ ਉਦਾਹਰਨ ਆ, ਜਦੋਂ 2005 ਦੇ ਵਿੱਚ ਮਨਮੋਹਨ ਸਿੰਘ ਨੇ ਮਾਫੀ ਮੰਗੀ ਸੀਗੀ 84 ਦੇ ਕਤਲੇਆਮ ਦੀ, ਉਦੋਂ ਡਿਬੇਟ ਚੱਲੀ ਲੋਕ ਸੰਸਦ ਦੇ ਵਿੱਚ। ਡਿਬੇਟ ਦੌਰਾਨ ਉਸ ਸਮੇਂ ਕਾਂਗਰਸ ਪਾਰਟੀ ਵਿੱਚ ਅੱਜ ਕੱਲ੍ਹ ਆਜ਼ਾਦ ਤੌਰ ਉੱਤੇ ਰਾਜ ਸਭਾ ਦਾ ਮੈਂਬਰ ਆ ਜੋ ਕਪਿਲ ਸਿੱਬਲ, ਉਹਨੇ ਕਿਤੇ ਕਹਿ ਦਿੱਤਾ ਕਿ ਮੈਂ ਦੱਸਾਂ ਕਿਹੜੇ ਕਿਹੜੇ ਬੰਦੇ ਸੀਗੇ ਬੀਜੇਪੀ ਦੇ RSS ਤੇ ਇਸ ਕਤਲੇਆਮ ਦੇ ਵਿੱਚ। ਉਦੋਂ ਬੀਜੇਪੀ ਨੂੰ ਗੱਲ ਹੀ ਨਹੀਂ ਸੋਚੀ ਕੋਈ। ਇਹ ਮਤਲਬ ਹਾਲੇ ਵੀ ਔਨ ਦੀ ਰਿਕਾਰਡ ਉਹਦੀ ਤੁਸੀਂ ਰਿਕਾਰਡ ਉਹਦੇ ਕੋਈ ਕਢਵਾ ਸਕਦਾ, ਉਸ ਰਿਕਾਰਡ ਦਾ ਹਿੱਸਾ ਹੈਗੀ ਹੈ ਬਹਿਸ। ਅੱਛਾ, ਇਸ ਤੋਂ ਬਾਅਦ ਵਿੱਚ ਸ਼ਮਸੁਲ ਇਸਲਾਮ ਜਿਹੜੇ ਕਿ ਭਾਰਤ ਦੇ ਬਹੁਤ ਵੱਡੇ ਇਤਿਹਾਸਕਾਰ ਨੇ, ਉਹਨਾਂ ਦੇ ਸੰਘ ਉੱਤੇ ਹੀ ਕੰਮ ਆ, ਉਹ ਇਹਨੂੰ ਬਹੁਤ ਸੌਖੇ ਢੰਗ ਨਾਲ ਸਮਝਾਉਂਦੇ ਨੇ। ਉਹ ਕਹਿੰਦੇ ਕਿ ਉਹਨਾਂ ਨੇ ਮੈਨੂੰ ਦਿੱਤੇ ਹੋਏ ਉਸੇ ਆਰਟੀਕਲ 'ਚ ਦਿੱਤੇ ਹੋਏ ਕੋਟ ਦੇ ਵਿੱਚ ਕਿਹਾ ਸੀਗਾ ਕਿ ਜੋ ਕਤਲੇਆਮ ਤੋਂ ਬਾਅਦ ਜਿਹੜਾ ਰਾਜੀਵ ਗਾਂਧੀ ਆ ਉਹਨੇ ਜਿਹੜਾ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਜਿਸ ਢੰਗ ਦੇ ਨਾਲ ਬਹੁਤ ਸੰਖਿਅਕ ਭਾਵਨਾਵਾਂ ਨੂੰ ਭੜਕਾਇਆ, ਤਾਂ ਉਹਨੂੰ ਜਿੱਤ ਕੇ ਜਿਹੜਾ ਚੋਣ ਜਿੱਤੀ ਤੇ ਜਿੰਨੇ ਵੀ ਕੱਟੜਵਾਦੀ ਹਿੰਦੂ ਸੰਗਠਨ ਸੀ ਸਾਰੇ ਉਹਦੇ ਨਾਲ ਸੀ। ਸਿੱਧੀ ਜੀ ਗੱਲ ਹੈਗੀ ਆ ਵੀ ਇੱਕ ਜਦੋਂ ਤੁਸੀਂ ਸਾਰੇ ਪੋਲਰਾਈਜ਼ ਕਰਦੇ ਹੋ ਪੂਰੇ ਸਮਾਜ ਦੀ, ਉਹਦੇ ਵਿੱਚ ਸਾਰਾ ਜਿਹੜਾ ਕੱਟੜ ਦਾ ਤਬਕਾ ਵੀ ਨਾਲ ਹੋਏਗਾ, ਉਹ RSS ਤੇ ਇਹ ਵੀ ਨਾਲ ਹੀ ਹੋਏਗੀ, ਬੀਜੇਪੀ ਐਂਡ ਕੰਪਨੀ। ਅੱਛਾ, ਹੋਰ ਸਬੂਤ ਨੇ 1991 ਦੇ ਵਿੱਚ ਬੀਜੇਪੀ ਦੇ ਕਲਿਆਣ ਸਿੰਘ ਸਰਕਾਰ ਸੀਗੀ ਇੱਥੇ UP ਦੇ ਵਿੱਚ। ਤੁਹਾਨੂੰ ਯਾਦ ਹੋਣਾ ਪੀਲੀਭੀਤ ਵਿੱਚ 10 ਸਿੱਖ ਸ਼ਰਧਾਲੂਆਂ ਨੂੰ ਅੱਤਵਾਦੀ ਕਹਿ ਕੇ ਮਾਰਿਆ ਗਿਆ ਸੀ, ਉਹ ਵੀ ਸਰਕਾਰ ਸੀਗੀ। ਫਿਰ ਆਪਾਂ ਅਮਿਤ ਸ਼ਾਹ ਤੇ ਮੋਦੀ ਦੀ ਗੱਲ ਕਰ ਲੈਂਦੇ ਹਾਂ, ਇਹਨੂੰ ਵੀ ਕਿਉਂ ਛੱਡੀਏ। ਮੋਦੀ ਸਰਕਾਰ ਤੇ ਅਮਿਤ ਸ਼ਾਹ ਆਪਣੇ ਆਪ ਨੂੰ ਸਿੱਖ ਤਸ਼ੀ ਕਹਿੰਦੇ ਨੇ, ਖਾਸ ਕਰਕੇ ਮੋਦੀ ਦੀ ਗੱਲ ਤਾਂ ਇਹ ਕਰਕੇ ਗਿਆ। ਨੱਡਾ ਸਿੱਖਾਂ ਦਾ ਪਹਿਲਾ ਪ੍ਰਧਾਨ ਮੰਤਰੀ ਹੋਇਆ, ਸਿੱਖ ਪ੍ਰਧਾਨ ਮੰਤਰੀ ਹੋਇਆ ਮਨਮੋਹਨ ਸਿੰਘ। ਮਨਮੋਹਨ ਸਿੰਘ ਦੇ ਬਾਰੇ ਮੋਦੀ ਨੇ ਇੱਕ ਵਾਰ ਸ਼ਿਖੰਡੀ ਸ਼ਬਦ ਵਰਤਿਆ ਸੀਗਾ। ਸ਼ਿਖੰਡੀ ਹੁੰਦਾ ਹੈ, ਮਹਾਭਾਰਤ ਵਿੱਚ ਇੱਕ ਸ਼ਿਖੰਡੀ ਦਾ ਕਰੈਕਟਰ ਵੀ ਸੀਗਾ, ਤੁਹਾਨੂੰ ਯਾਦ ਹੋਣਾ। ਤੇ ਅੱਛਾ, ਇਸੇ ਤਰ੍ਹਾਂ ਹੀ ਇੱਕ ਵਾਰ ਉਹਨੇ ਮਨਮੋਹਨ ਸਿੰਘ ਬਾਰੇ ਜਦੋਂ ਪ੍ਰਧਾਨ ਮੰਤਰੀ ਸੀ ਉਹਦੇ 12 ਵਜਣ ਵਾਲੀ ਗੱਲ ਕਹੀ ਸੀਗੀ। ਉਹ ਮੈਂ ਤੁਹਾਨੂੰ ਦੱਸ ਦੇਣਾ ਕਿੱਦਾਂ ਕਹੀ ਸੀ। ਉਹ ਕਹਿੰਦਾ ਮੈਂ ਗੁਜਰਾਤ ਤੋਂ ਦਿੱਲੀ ਗਿਆ ਤਾਂ ਗੁਜਰਾਤ ਦਾ ਮੁੱਖ ਮੰਤਰੀ ਸੀ, ਪ੍ਰਧਾਨ ਮੰਤਰੀ ਨੂੰ ਮਿਲਣ। ਕਹਿੰਦਾ ਮੈਂ ਦੇਖਿਆ ਵੀ ਮੈਂ ਤਾਂ ਵਿਰੋਧੀ ਪਾਰਟੀ ਦਾ ਮੁੱਖ ਮੰਤਰੀ ਹਾਂ, ਪਰ ਮੇਰੇ ਨਾਲ ਬੜੇ ਨਿਮਰਤਾ ਨਾਲ ਗੱਲ ਕਰ ਰਿਹਾ, ਮੈਨੂੰ ਮਤਲਬ ਬੜੇ ਨਿਮਰਤਾ ਦੇ ਨਾਲ ਇਹ ਬੋਲ ਰਿਹਾ, ਬੁਲਾ ਰਿਹਾ। ਮੈਂ ਕਿਹਾ ਵੀ ਕੀ ਚੱਕਰ, ਵੀ ਮੈਨੂੰ ਨਿਮਰਤਾ ਨਾਲ ਕਿਉਂ ਬੋਲ ਰਿਹਾ? ਕਹਿੰਦਾ ਮੈਂ ਫਿਰ ਘੜੀ ਵੱਲ ਦੇਖਿਆ ਤੇ ਘੜੀ ਤੇ 12 ਵਜੇ ਹੋਏ ਸੀ। ਹੁਣ ਤੁਹਾਨੂੰ ਪਤਾ ਵੀ ਜਿਹੜਾ ਇਹ 12 ਵਜੇ ਵਾਲੀ ਟਿੱਪਣੀ ਹੈ, ਇਹਨੂੰ ਸਿੱਖ ਆਪਣੇ ਬਹੁਤ ਵੱਡਾ ਵਿਰੋਧੀ ਸਮਝਦੇ ਹੈਗੇ ਨੇ, ਜਾਂ ਮਜ਼ਾਕ ਉਡਾਉਣ ਲਈ ਵਰਤੀ ਜਾਂਦੀ ਹੈ ਇਹ ਟਿੱਪਣੀ ਹੈ। ਤੇ ਇਹ ਮਤਲਬ ਨਰਿੰਦਰ ਮੋਦੀ ਨੇ ਉਸ ਸਮੇਂ ਵੀ ਮਜ਼ਾਕ ਉਡਾਉਣ ਲਈ ਵਰਤੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨੇ ਮਨਮੋਹਨ ਸਿੰਘ ਬਾਰੇ ਕਿਹਾ ਸੀਗਾ ਕਿ ਮਨਮੋਹਨ ਸਿੰਘ ਰੇਨਕੋਟ ਵਿੱਚ ਬਾਥਰੂਮ ਵਿੱਚ ਰੇਨਕੋਟ ਪਾ ਕੇ ਨਹਾਉਂਦੇ ਹੈਗੇ ਨੇ। ਅੱਛਾ, ਇਦੋਂ ਕਹਾਂ ਗੁਜਰਾਤ ਦੇ ਸਿੱਖ ਕਿਸਾਨ ਨਾਲ ਉਹਨਾਂ ਤੋਂ ਜ਼ਮੀਨਾਂ ਖੋਹਣ ਦਾ ਮਾਮਲਾ ਵੀ ਮੋਦੀ ਸਰਕਾਰ ਨੇ ਕੀਤਾ ਸੀ, ਜਿਹੜੀ ਕਿ 1965 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਨੇ ਵਸਾਇਆ ਸੀ। ਤੇ ਸਿੱਖਾਂ ਨੇ ਉੱਥੇ ਮਿਹਨਤ ਕਰਕੇ
ਆਪਣੀਆਂ ਜ਼ਮੀਨਾਂ ਆਬਾਦ ਕੀਤੀਆਂ ਉਹਨੂੰ ਮੋਦੀ ਸਰਕਾਰ ਨੇ ਜਿਹੜਾ ਹੈਗਾ ਖੋਹਣ ਲੱਗੀ ਆ। ਜੀ। ਖੋਹਣ ਹੀ ਲੱਗੀ, ਹਾਈ ਕੋਰਟ ਦੇ ਵਿੱਚੋਂ ਉਹ ਜਿੱਤ ਗਏ ਸੀ। ਮੋਦੀ ਸਰਕਾਰ, ਉਦੋਂ ਮੋਦੀ ਮੁੱਖ ਮੰਤਰੀ ਹੁੰਦਾ ਸੀ, ਉਹ ਜਾ ਕੇ ਸੁਪਰੀਮ ਕੋਰਟ 'ਚ ਪਹੁੰਚ ਗਿਆ। ਜੀ। ਸੁਪਰੀਮ ਕੋਰਟ 'ਚ ਨਹੀਂ ਪਹੁੰਚੇ, ਇੱਥੇ ਹੀ ਕਹਾਣੀ ਨਹੀਂ ਕਿ ਬੀਜੇਪੀ ਦੇ ਜਿਹੜੇ ਲੋਕਲ ਲੈਵਲ ਦੇ MLA ਵਗੈਰਾ ਨੇ ਉਹ ਉਹਨਾਂ ਦੇ ਉੱਤੇ ਅਟੈਕ ਵੀ ਕਰਦੇ ਰਹੇ। ਫਿਰ ਇੱਥੋਂ ਤੱਕ ਕਿ ਇੱਕ ਵਾਰ ਮੋਦੀ ਨੇ ਸਾਫ਼ ਕਹਿ ਦਿੱਤਾ ਕਿ ਮੈਨੂੰ ਤੁਹਾਡੀਆਂ ਵੋਟਾਂ ਨਹੀਂ ਚਾਹੀਦੀਆਂ ਹੈਗੀਆਂ। ਤੇ ਦੱਸਿਆ ਗਿਆ ਕਿ ਸੁਰਿੰਦਰ ਸਿੰਘ ਭੁੱਲਰ ਜਿਹੜੇ ਕਿ ਉਹਨਾਂ ਕਿਸਾਨਾਂ ਦੇ ਆਗੂ ਨੇ, ਪੀੜਤ ਕਿਸਾਨਾਂ ਦੇ, ਉਹਨਾਂ ਨੇ ਕਿਹਾ ਕਿ 2012 ਦੀਆਂ ਚੋਣਾਂ ਵਿੱਚ ਬੀਜੇਪੀ ਦੇ ਲੀਡਰ ਸਾਡੇ ਕੋਲੋਂ ਵੋਟਾਂ ਮੰਗਣ ਆਏ ਹੀ ਨਹੀਂ ਸੀਗੇ। ਤੇ ਜਦੋਂ ਅਸੀਂ ਮੋਦੀ ਨੂੰ ਮਿਲੇ ਉਹ ਕਹਿੰਦਾ ਵੀ ਇੱਥੇ ਮੇਰੇ ਕੋਲ ਕੀ ਕਰਨਾ ਹੈ, ਤੁਸੀਂ ਪੰਜਾਬ ਵਿੱਚ ਤਾਂ ਮੇਰੇ ਪੁਤਲੇ ਸਾੜਦੇ ਹੋ, ਤੁਸੀਂ ਇੱਥੇ ਕੀ ਕਰਨ ਆਏ ਹੋ। ਇਹ ਵੀ ਐਸੀ ਨਰਿੰਦਰ ਮੋਦੀ ਦੇ ਸਮੇਂ ਦੇ ਵਿੱਚ ਹੀ ਹੋਇਆ। ਸੋ ਕਹਿਣ ਦਾ ਮਤਲਬ ਕੀ ਹੈ ਕਿ ਇਹ ਬਹੁਤ ਕੁਛ ਇੱਕ ਪੂਰਾ ਇੱਕ ਹਿਸਟਰੀ ਭਰੀ ਪਈ ਹੈ। ਤੇ ਬਾਕੀ RSS ਨੇ ਜਿਹੜਾ ਸਿੱਖ ਇਤਿਹਾਸ ਵਿੱਚ ਗੁਰੂਆਂ ਦੀ ਕਿਰਦਾਰਕੁਸ਼ੀ ਕੀਤੀ, ਉਹਦੇ ਤੋਂ ਬਹੁਤ ਸਾਰੇ ਮਾਮਲੇ ਨੇ। ਇਸ ਕਰਕੇ ਨੱਡਾ ਜੋ ਬੋਲ ਕੇ ਗਿਆ, ਇੱਕ ਤਾਂ 3 ਉਦਾਹਰਨਾਂ ਦਿੱਤੀਆਂ ਉਹਨੇ ਮੋਦੀ ਪ੍ਰੇਮ ਦੀਆਂ, ਉਹ 3 ਉਦਾਹਰ ਝੂਠ ਦੇ ਉੱਤੇ ਆਧਾਰਿਤ ਨੇ। ਪਰ ਜੇ ਹਿਸਟਰੀ ਦੇਖੀ ਆ, ਸਾਰੀ ਹਿਸਟਰੀ ਆ ਮੋਦੀ ਦੀ, BJP ਦੀ ਤੇ RSS ਦੀ, ਤੇ ਜਿਹੜੀ ਮੈਂ ਤੁਹਾਡੇ ਸਾਹਮਣੇ ਖੋਲ ਕੇ ਰੱਖੀ ਹੈ। ਬਿਲਕੁਲ ਜੀ। ਇਹ ਸ਼ਿਵਿੰਦਰ ਜੀ, ਵੈਸੇ ਇੱਕ ਸਵਾਲ ਇਹਦੇ ਵਿੱਚੋਂ ਹੋਰ, ਤੁਸੀਂ ਇਤਿਹਾਸ ਦੱਸਤਾ, ਪਰ ਕਿਸਾਨਾਂ ਨੇ ਮੋਰਚਾ ਲਾਇਆ ਤੇ ਮੋਰਚੇ 'ਚ ਲੰਬੀ ਲੜਾਈ ਹੋ ਗਈ ਤੇ 700 ਤੋਂ ਵੱਧ ਜਿਹੜੇ ਕਿਸਾਨ ਸੀਗੇ ਉਹ ਆਪਣੀ ਕੀਮਤੀ ਜਾਨ ਗਵਾ ਬੈਠੇ ਸੀਗੇ। ਤੇ ਕਿਸਾਨ ਮੋਰਚੇ ਵਾਲੇ ਉਹਨਾਂ ਨੂੰ ਸ਼ਹੀਦ ਦੱਸਦੇ ਆ, ਕਿਸਾਨਾਂ ਨੂੰ, ਉਹਨਾਂ ਨੇ ਆਪਦੇ ਪਰਿਵਾਰ। ਤੁਹਾਨੂੰ ਇਹ ਵੀ ਨਹੀਂ ਲੱਗਦਾ ਕਿ ਹਮਦਰਦੀ ਦਾ ਜਿਹੜਾ ਲੇਪ ਆ ਉਹਦੇ ਕਰਕੇ ਵੀ ਲਾਇਆ ਜਾ ਰਿਹਾ ਕਿ ਇਹ ਚੀਜ਼ ਵੀ ਭੁੱਲਣ ਸਿੱਖ? ਕਿਸਾਨ ਅੰਦੋਲਨ ਦੌਰਾਨ ਵੀ ਪੰਜਾਬ ਦੇ ਲੋਕਾਂ ਨੂੰ ਖਾਲਿਸਤਾਨੀ ਕਿਹਾ ਗਿਆ ਸੀ, ਮਾਓਵਾਦੀ ਕਿਹਾ ਗਿਆ ਸੀ ਪਹਿਲਾਂ, ਫਿਰ ਖਾਲਿਸਤਾਨੀ ਕਿਹਾ ਗਿਆ ਤੇ ਕਿਹਾ ਗਿਆ ਕਿ ਤਾਂ ਖਾਲਿਸਤਾਨੀ ਆ, ਮਤਲਬ ਉਹ ਕਹਿ ਕੇ ਬਦਨਾਮ ਕੀਤਾ ਗਿਆ। ਹਰ ਤਰ੍ਹਾਂ ਦਾ ਕਰਪਸ਼ਨ ਵਰਤੀ ਗਈ। ਜਿਹੜੀ ਇੱਕ ਪੰਜਾਬ ਦੀ ਇੱਕ ਕਿਸਾਨ ਔਰਤ ਸੀਗੀ ਜਥੇਬੰਦੀਆਂ ਨਾਲ ਜੁੜੀ ਹੋਈ, ਉਹਨੂੰ ਸ਼ਾਇਦ ਮਾਤਾ ਮਹਿੰਦਰ ਕੌਰ ਨੂੰ ਸੀ, ਮੈਂ ਨਾਮ ਭੁੱਲ ਰਿਹਾ ਉਹਦਾ, ਉਹਨੂੰ ਸ਼ਾਹੀਨ ਬਾਗ ਵਾਲੀ ਔਰਤ ਦੱਸਿਆ ਗਿਆ ਕਿ ਉਸੇ ਤਰ੍ਹਾਂ ਜਿਵੇਂ ਸ਼ਾਹੀਨ ਬਾਗ ਦੀਆਂ ਔਰਤਾਂ ਨੂੰ ਕਿਹਾ ਕਿ ਇਹ ਰੁਪਈਏ ਲੈ ਕੇ ਆਉਂਦੀਆਂ, ਤਾਂ ਇਹਨਾਂ ਦੇ ਸਪੋਰਟਰਾਂ ਨੇ ਕਿਹਾ ਵੀ ਇਹ ਵੀ ਰੁਪਈਏ ਲੈ ਕੇ ਆਉਂਦੀਆਂ ਔਰਤਾਂ, ਮਤਲਬ ਜਿਹੜੀਆਂ ਸਿੱਖ ਜਾਂ ਪੰਜਾਬ ਦੀਆਂ ਔਰਤਾਂ ਸੀਗੀਆਂ ਉਹਨਾਂ ਉੱਤੇ ਦੋਸ਼ ਲਾਏ ਗਏ। ਇਹ ਸਾਰਾ ਮੋਦੀ ਐਂਡ ਕੰਪਨੀ ਨੇ ਕੀਤਾ ਹੈਗਾ, ਮੋਦੀ ਦੀ ਅੱਖਾਂ ਦੇ ਸਾਹਮਣੇ ਕੀਤਾ ਹੈਗਾ, ਹੁੰਦਾ ਰਿਹਾ। ਕੱਲਾ ਜਿਹੜੇ ਲੋਕ ਇਹਨਾਂ ਦੇ ਇਹ ਆਏ ਆ ਕੇ ਬੋਲਦੇ ਰਹੇ ਹੈਗੇ ਨੇ, ਇੱਕ ਤਰ੍ਹਾਂ ਦਾ ਖਾਸ ਡਿਜ਼ਾਈਨ ਕਰਦੇ ਰਹੇ ਨੇ। ਹੁਣ ਮਸਲਾ ਕੀ ਹੈ ਕਿ ਉਰੇ ਆ ਕੇ ਹੁਣ ਸਿੱਖਾਂ ਦਾ ਤੇ ਉਹ ਤਾਂ ਵਾ ਕਿਉਂਕਿ ਬੀਜੇਪੀ ਦੀ 2 ਢੰਗ ਦੀ ਇੱਕ ਪੋਲੀਟਿਕਸ ਹੈਗੀ ਹੈ ਇਹਦੇ ਵਿੱਚ। ਇੱਕ ਤਾਂ ਹੈਗਾ ਕਿ ਮੁਸਲਮਾਨ ਮੁੱਖ ਦੁਸ਼ਮਣ ਨੇ, ਫਿਰ ਅੱਗੇ ਜਾ ਕੇ ਦੁਸ਼ਮਣ ਹੈਗੇ ਨੇ ਸਾਡੇ ਆਦੀਵਾਸੀ, ਦਲਿਤ ਤੇ ਕ੍ਰਿਸਚਨ। ਸਿੱਖਾਂ ਦੇ ਮਾਮਲੇ 'ਚ ਆਇਆ ਵੀ ਇਹਨਾਂ ਨੂੰ ਹੌਲੀ ਜੱਫੀ ਪਾ ਕੇ ਜਜ਼ਬ ਕਰ ਲਓ, ਪਿਆਰ ਨਾਲ ਜਜ਼ਬ ਕਰ ਲਓ। ਹਾਂ, ਜਦੋਂ ਕਿਤੇ ਤਿੰਗੜਨਗੇ, 3-5 ਕਰਨਗੇ, ਉਦੋਂ ਖਾਲਿਸਤਾਨੀ ਕਹਿ ਕੇ ਇਹਨਾਂ ਦੀ ਕਿਰਦਾਰਕੁਸ਼ੀ ਵੀ ਕਰੋ। ਇਹਨਾਂ ਦਾ ਇੱਕ ਏਜੰਡਾ ਹੈਗਾ ਵਾ। ਤੇ ਪੰਜਾਬ ਵਿੱਚ ਹੁਣ ਇਹਨਾਂ ਨੇ ਲਾਉਣੇ ਨੇ ਪੈਰ, ਤੇ ਵੱਡੀ ਆਬਾਦੀ ਹੈਗੀ ਹੈ ਸਿੱਖਾਂ ਦੀ। ਤੇ ਉਹ ਮਤਲਬ ਤੁਸੀਂ ਸਿੱਖ ਵਿਰੋਧ ਕਰਕੇ ਤਾਂ ਲਾ ਨਹੀਂ ਸਕਦੇ ਹੈਗੇ, ਕਿਉਂਕਿ ਉਹਦਾ ਕਾਰਨ ਹੈਗਾ ਵੀ ਪੰਜਾਬ 'ਚ ਕਿਉਂਕਿ ਉਹ ਕਮਿਊਨਲ ਮਾਹੌਲ ਉਸ ਤਰ੍ਹਾਂ ਦਾ ਬਣ ਨਹੀਂ ਸਕਦਾ। ਉਹ ਫਿਰ ਤੁਹਾਨੂੰ ਸਿੱਖਾਂ ਨੂੰ ਨਾਲ ਜੋੜਨਾ ਪਏਗਾ। ਫਿਰ ਨਾਲ ਜੋੜਨ ਲਈ ਜਿਹੜਾ ਤੁਹਾਨੂੰ ਕਈ ਤਰ੍ਹਾਂ ਦੇ ਗੱਪ ਮਾਰਨੇ ਪੈਣੇ ਆ। ਅੱਛਾ, ਇੱਕ ਵੱਡਾ ਹੋਰ ਵੀ ਕਾਰਨ ਹੈ ਕਿਉਂਕਿ ਨਰਿੰਦਰ ਮੋਦੀ ਦੀ ਇਮੇਜ ਬਣੀ ਹੋਈ ਆ ਘੱਟ ਗਿਣਤੀਆਂ ਵਿਰੋਧੀ। ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਜਿਹੜਾ ਚਾਹੁੰਦੇ ਨੇ ਕਿ ਇੱਕ ਇਹੋ ਜਿਹੀ ਘੱਟ ਗਿਣਤੀ ਭਾਰਤ ਦੀ ਆਪਦੇ ਨਾਲ ਜੋੜ ਕੇ ਰੱਖੋ ਜਿਹਦੇ ਰਾਹੀਂ ਅਸੀਂ ਇੰਟਰਨੈਸ਼ਨਲ ਲੈਵਲ ਤੇ ਕਹਿ ਸਕਦੇ ਵੀ ਨਹੀਂ ਜੀ, ਮੋਦੀ ਤਾਂ ਬਹੁਤ ਘੱਟ ਗਿਣਤੀਆਂ ਵਾਲੇ ਬਹੁਤ ਉਦਾਰ ਹੈਗੇ ਨੇ। ਉਹਦੇ ਵਿੱਚੋਂ ਸਿੱਖ ਭਾਈਚਾਰਾ ਤਾਂ ਫਿੱਟ ਬਹਿੰਦਾ ਕਿਉਂਕਿ ਸਿੱਖ ਭਾਈਚਾਰਾ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਫੈਲਿਆ ਹੋਇਆ, ਫੈਲਿਆ ਹੀ ਨਹੀਂ ਹੋਇਆ। ਉਹਨਾਂ ਨੇ ਉੱਥੇ ਚੰਗੇ ਰੁਤਬੇ ਹਾਸਲ ਕੀਤੇ ਆ ਤੇ ਉਹਨਾਂ ਨਾਲ ਉਹ ਆਪਣੀ ਜਿਹੜੀ ਹੈਗੀ ਆ ਵਾਹਵਾ ਖੱਟਣਾ ਚਾਹੁੰਦਾ ਹੈਗਾ ਨਾਲ ਜੋੜ ਕੇ। ਜਦਕਿ ਜਿਹੜੀ ਉਹਨਾਂ ਦੀ ਨੀਤੀ ਹੈ, ਨੀਤੀ ਉਹੀ ਹੈ, ਪਾਲਿਸੀ ਉਹੀ ਹੈ ਵੀ ਉਹ ਮਤਲਬ ਜਿਹੜਾ RSS ਦੀ ਰਹੀ ਹੈ ਵੀ ਜਿਹੜੇ ਸਿੱਖ ਨੇ ਉਹ ਹਿੰਦੂ ਭਾਈਚਾਰੇ ਦਾ, ਹਿੰਦੂ ਸਮਾਜ ਦਾ ਇੱਕ ਹਿੱਸਾ ਹੈਗੇ ਨੇ। ਇਹਨਾਂ ਦੀ ਕੋਈ ਵਿਚਾਰਕ ਆਈਡੈਂਟਿਟੀ ਨਹੀਂ ਹੈਗੀ। ਤੇ ਜਦੋਂ ਇਹ ਮਤਲਬ ਉਹ ਇੱਥੋਂ ਤੱਕ ਕਿ ਜਿਵੇਂ ਨਰਿੰਦਰ ਮੋਦੀ ਦੇ ਉਦਾਹਰਨਾਂ ਦਿੱਤੀਆਂ ਵੀ ਉਹਨੇ ਵੀਰਵਾਲ ਦਿਵਸ ਮਨਾਇਆ, ਪਰ ਵੀਰਵਾਲ ਦਿਵਸ ਦਾ ਆਪਣੇ ਆਪ ਦੀ ਸਿੱਖੀ ਦੀ ਧਾਰਨਾ ਦੇ ਉਲਟ ਹੈ ਕਿਉਂਕਿ ਵੀਰ ਤਾਂ ਇਹਨਾਂ ਦੇ ਹੁੰਦੇ ਨੇ, ਵੀਰ ਸਾਵਰਕਰ, ਵੀਰ ਫਲਾਨਾ ਢੀਂਗੜਾ। ਉਸੇ ਕੈਟਾਗਰੀ ਦੇ ਵਿੱਚ ਵੀਰਵਾਲ ਦਿਵਸ ਬਣਾ ਦਿੱਤਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਹੈਗੀ ਆ ਇਨਸਾਫ ਲਈ ਲੜੀ ਹੋਈ ਲੜਾਈ ਆ, ਉਹਨੂੰ ਇਹਨਾਂ ਨੇ ਇਹ ਬਣਾ ਦਿੱਤਾ ਕਿ ਉਹਦਾ ਜੀ ਮਾਂ ਭਾਰਤੀ ਲਈ ਲੜੇ ਸੀ। ਹੁਣ ਪਹਿਲੀ ਗੱਲ, ਉਦੋਂ ਤਾਂ ਰਾਸ਼ਟਰਵਾਦ ਦਾ ਕਨਸੈਪਟ ਹੀ ਨਹੀਂ ਸੀ, ਨਾ ਕਿਸੇ ਮਾਂ ਭਾਰਤੀ ਦਾ ਕਨਸੈਪਟ ਸੀਗਾ। ਉਹ ਰਾਸ਼ਟਰਵਾਦ ਦਾ ਕਨਸੈਪਟ ਤਾਂ ਆਜ਼ਾਦੀ ਅੰਦੋਲਨ ਦੌਰਾਨ ਪੈਦਾ ਹੋਇਆ ਹੈ ਨਾ, ਜਾਂ 47 ਦੇ ਵਿੱਚ ਤੋਂ ਬਾਅਦ ਪੂਰੀ ਤਰ੍ਹਾਂ ਭਾਰਤ ਇੱਕ ਰਾਸ਼ਟਰ ਬਣ ਕੇ ਸਾਹਮਣੇ ਆਉਂਦਾ। ਗੁਰੂ ਗੋਬਿੰਦ ਸਾਹਿਬ ਦੇ ਵੇਲੇ ਤਾਂ ਕੋਈ ਰਾਸ਼ਟਰੀਅਤਾ ਦਾ ਉਹਦਾ ਕੋਈ ਕਨਸੈਪਟ ਹੀ ਨਹੀਂ ਹੈਗਾ। ਛੋਟੀ ਛੋਟੀਆਂ ਰਿਆਸਤਾਂ ਹੁੰਦੀਆਂ ਸੀ, ਆਪਸ ਵਿੱਚ ਰਾਜੇ ਲੜਦੇ ਰਹਿੰਦੇ ਸੀ।
ਤਾਂ ਇੱਥੋਂ ਤੱਕ ਕਿ ਕਿੰਨਾ ਚਿਰ ਤਾਂ ਜਿਹੜਾ ਹੈਗਾ ਭਾਰਤ ਵਾਲਾ ਕਨਸੈਪਟ ਹੀ ਨਹੀਂ ਸਾਹਮਣੇ ਆਇਆ, ਜਿਹੜਾ ਭਾਰਤ ਦੇ ਨਾਂ ਵਾਲਾ ਹੀ ਨਹੀਂ ਕਨਸੈਪਟ ਸਾਹਮਣੇ ਆਇਆ ਹੈਗਾ। ਤੇ ਇੱਥੋਂ ਤੱਕ ਕਿ ਇਰਫਾਨ ਹਬੀਬ ਵਰਗੇ ਇਤਿਹਾਸਕਾਰ ਲਿਖਦੇ ਆ ਕਿ ਪਹਿਲਾਂ ਤਾਂ ਪੰਜਾਬ ਦੇ ਇਲਾਕੇ ਨੂੰ ਕਈ ਵਾਰ ਹਿੰਦੁਸਤਾਨ ਜਾਂ ਭਾਰਤ ਕਹਿ ਦਿੱਤਾ ਜਾਂਦਾ ਸੀਗਾ। ਇਸੇ ਕਰਕੇ ਤੁਸੀਂ ਦੇਖੋ ਵੀ ਪੰਜਾਬ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਦੇ ਵਿੱਚ ਹਿੰਦੁਸਤਾਨ ਸ਼ਬਦ ਆਉਂਦਾ ਹੈਗਾ, ਉਹ ਹਿੰਦੁਸਤਾਨ ਐਕਚੁਅਲੀ ਪੰਜਾਬ ਵਾਲਾ ਖਿੱਤਾ ਹੀ ਆਉਂਦਾ ਹੈਗਾ ਇੱਕ ਤਰ੍ਹਾਂ ਦਾ। ਉਦੋਂ ਕੁਝ ਕੁ ਹਿੱਸੇ ਨੂੰ ਹੀ ਮਤਲਬ ਭਾਰਤ ਜਾਂ ਹਿੰਦੁਸਤਾਨ ਕਿਹਾ ਜਾਂਦਾ ਸੀਗਾ। ਸੋ ਇਸ ਤਰ੍ਹਾਂ ਉਦੋਂ ਤਾਂ ਮਤਲਬ ਇੱਕ ਤਰ੍ਹਾਂ ਦੇ ਜਿਹੜਾ ਭਾਰਤ ਜਾਂ ਹਿੰਦੁਸਤਾਨ ਦਾ ਨਾਂ ਹੀ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਸੰਕਲਪ ਹੀ ਸਾਹਮਣੇ ਨਹੀਂ ਆਇਆ। ਰਾਸ਼ਟਰਵਾਦ ਦਾ ਕਨਸੈਪਟ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਇਹ ਮਤਲਬ ਏਦਾਂ ਨਾ ਇੱਕ ਤਰ੍ਹਾਂ ਦੀ ਸਿੱਖ ਇਤਿਹਾਸ ਦੀ ਕਦਾਰਕੁਸ਼ੀ ਵੀ ਕਰਨ ਲੱਗੇ ਹੋਏ ਨੇ, ਪਰ ਜਿਹੜਾ ਇਹ ਬਹਾਨੇ ਮਾਰਦੇ ਨੇ ਵੀ ਅਸੀਂ ਤੁਹਾਡੇ ਉਹ ਹੈਗੇ ਹਮਦਰਦ ਇਸ ਲਈ ਕਿ ਪੰਜਾਬ 'ਚ ਵੋਟਾਂ ਲੈਣੀਆਂ ਤੇ ਵਿਦੇਸ਼ਾਂ ਸਿੱਖਾਂ ਦਾ ਕਾਫੀ ਵੱਡਾ ਨਾਂ ਆ, ਰੁਤਬਾ ਵਾ, ਉਹ ਰੁਤਬੇ ਦਾ ਫਾਇਦਾ ਲੈ ਕੇ ਇੰਟਰਨੈਸ਼ਨਲ ਤੌਰ ਤੇ ਜਿਹੜਾ ਇਹਨਾਂ ਦੇ ਉੱਤੇ ਦਾਗ ਲੱਗਿਆ ਹੋਇਆ ਵੀ ਅਸੀਂ ਘੱਟ ਗਿਣਤੀਆਂ ਵਿਰੋਧੀ ਆ, ਉਹ ਧੋਣਾ ਚਾਹੁੰਦੇ ਆ ਸਿੱਖਾਂ ਥਰੂ। ਜੀ, ਦੂਸਰੀ ਵੱਡੀ ਖਬਰ ਜਿਹੜੀ ਅੱਜ ਪੰਜਾਬ ਦੀ ਰਹੀ ਹੈ ਜੀ, ਹਿਮਾਚਲ ਨੂੰ ਪਾਣੀ ਦੇਣ ਦਾ ਮੁੱਦਾ, ਪਾਣੀਆਂ ਦਾ ਮੁੱਦਾ ਕਾਫੀ ਟਾਈਮ ਤੋਂ ਭਖਿਆ ਹੋਇਆ। ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਕਤ ਕਿਵੇਂ ਦੇਖ ਰਹੇ ਹੋ? ਇਹਦੇ ਵਿੱਚ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਜਿਹੜੀ ਸਿੰਜਾਈ ਸਕੀਮਾਂ ਵਾਸਤੇ ਹਿਮਾਚਲ ਆ ਉਹਨੂੰ ਪਾਣੀ ਦੇਣ ਦੇ ਲਈ ਕੋਈ ਸਾਨੂੰ ਜਿਹੜਾ ਇਹਨਾਂ ਨੇ ਇਤਰਾਜ਼ ਨਹੀਂ NOC ਹੈ ਉਹਦੀਆਂ ਸ਼ਰਤਾਂ ਵਿੱਚ ਦਿੱਤੀ ਹੋਈ ਛੋਟ ਆ, ਉਹਦੇ ਤੇ ਕਿਹਾ ਵੀ ਕੇਂਦਰ ਨੇ ਇੱਕ ਤਰਫਾ ਫੈਸਲਾ ਕੀਤਾ, ਅਸੀਂ ਇਹਦਾ ਵਿਰੋਧ ਕਰਦੇ ਹਾਂ। ਤਾਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਦੇ ਵਿੱਚ ਲਿਖਿਆ ਕਿ BBMB ਦੇ ਵੱਲੋਂ ਹਿਮਾਚਲ ਨੂੰ ਜਿਹੜਾ ਪਾਣੀ ਦੇਣ ਦੇ ਫੈਸਲੇ ਦਾ ਵਿਰੋਧ ਕੀਤਾ ਜਾਏਗਾ ਤੇ BBM ਦੇ ਚੇਅਰਪਰਸਨ ਨੂੰ ਜਿਹੜਾ ਇਸ ਸੰਬੰਧੀ ਹਦਾਇਤਾਂ ਜੋ ਜਾਰੀ ਕੀਤੀਆਂ ਨੇ ਉਹ ਮੰਦਭਾਗੀਆਂ ਉਹਨਾਂ ਨੇ ਕਿਹਾ। ਵੈਸੇ ਵੀ BBM ਦਾ ਮੁੱਦਾ ਇਹ ਵੀ ਰਿਹਾ ਕਿ ਇਹ ਨਾ ਹੁਣ ਤਾਂ ਚਲੋ ਸਿੱਧਾ ਹੀ ਸਾਹਮਣੇ ਆ ਗਿਆ ਵੀ ਉਹ ਪੰਜਾਬ ਵਾਲੇ ਮਾਮਲੇ 'ਚ ਹੋ ਰਿਹਾ, ਪਰ ਇਹਦੇ ਵਿੱਚ ਜਿਹੜਾ ਇੱਕ BBMB 'ਚ ਹੁੰਦਾ ਕੀ ਸੀ, ਇਹਦੇ ਵਿੱਚ ਕੁਛ ਕੁ ਹਿੱਸਾ ਪੰਜਾਬ ਦਾ, ਕੁਛ ਕੁ ਹਰਿਆਣੇ ਦਾ, ਕੁਛ ਕੁ ਹੁੰਦਾ ਹਿਮਾਚਲ ਦਾ। ਤੇ ਇਹਦੀਆਂ ਜਿਹੜੀਆਂ ਨਿਯੁਕਤੀਆਂ ਦੇ ਵਿੱਚ ਫਿਰ ਉਹਦੇ ਬਾਅਦ ਕੀ ਹੈ ਕਿ ਆਮ ਤੌਰ ਦੇ ਉੱਤੇ ਸੀ ਵੀ ਜਿਹੜਾ ਪ੍ਰਧਾਨ ਜਿਹੜੀ ਪਹਿਲੀ ਪੋਸਟ ਆ ਜਾਂ ਦੂਜੀ ਪੋਸਟ ਆ, ਪਹਿਲੀ ਪੋਸਟ ਖਾਸ ਕਰਕੇ ਉਹ ਪੰਜਾਬ ਦੇ ਵਿੱਚ ਹੋਇਆ ਤੇ ਕੇਂਦਰ ਨੇ ਕੀ ਕੀਤਾ ਸੀ ਪਿਛਲੇ ਸਾਲ ਹੀ ਜੋ ਇਹਦਾ BBM ਦੇ ਵਿੱਚ ਚੇਅਰਪਰਸਨ ਉਹ ਆਪਣੀ ਮਰਜ਼ੀ ਦਾ ਬਾਹਰੋਂ ਲਾ ਦਿੱਤਾ। ਉਦੋਂ ਤਾਂ ਮੈਂ ਇਹ ਵੀ ਗੱਲ ਆਖੀ ਸੀ ਵੀ ਇਹ ਜਿਵੇਂ ਕਿਸਾਨ ਅੰਦੋਲਨ ਵਿੱਚ ਪੰਜਾਬ ਤੇ ਹਰਿਆਣੇ ਨੇ ਰਲ ਕੇ ਲੜਿਆ ਨਾ, ਇਹਦੇ ਵਿੱਚ ਜਿੰਨਾ ਪੰਜਾਬ ਦਾ ਹੱਕ ਮਾਰਿਆ ਜਾ ਰਿਹਾ ਉਹਨਾਂ ਹਰਿਆਣੇ ਦਾ ਵੀ ਮਾਰਿਆ ਜਾ ਰਿਹਾ ਜੇ ਹਰਿਆਣਾ ਇਹਨੂੰ ਮਹਿਸੂਸ ਕਰੇ, ਕਿਉਂਕਿ ਉਹਦਾ ਕਾਰਨ ਕੀ ਹੈ ਕਿ ਜਦੋਂ ਪੰਜਾਬ ਦੇ ਹਰਿਆਣੇ ਦੀਆਂ ਜਿਹੜੀਆਂ ਪੋਸਟਾਂ ਵੰਡੀਆਂ ਹੋਈਆਂ ਸੀ ਇੰਨੇ % ਤੁਹਾਡੀਆਂ ਪਾਵਰਾਂ, ਉਹ ਬੰਦਾ ਹੀ ਕਿਸੇ ਤੀਜੇ ਥਾਵੇਂ ਚੌਥੇ ਥਾਵੇਂ ਲਿਆ ਕੇ ਲਾਉਂਗੇ, ਉਹ ਹਰਿਆਣੇ ਨਾਲ ਵੀ ਤਾਂ ਉੱਡਾ ਹੀ ਘਾਣ ਹੋਇਆ ਨਾ। ਇਸ ਕਰਕੇ ਇਹ ਮੁੱਦੇ ਦੇ ਉੱਤੇ ਬਰਾਬਰ ਦੀ ਲੜਾਈ ਜਿਹੜੀ ਲੜਨੀ ਚਾਹੀਦੀ ਹੈ। ਪਰ ਆਹ ਜਿਹੜਾ ਮਾਮਲਾ ਹੈਗਾ ਵੀ ਇੱਕ ਤਰ੍ਹਾਂ ਦਾ NOC ਦੇਣ ਵਾਲਾ, ਇਹ ਸੈਂਟਰ ਸਰਕਾਰ ਨੇ ਉਹੀ ਕੀਤਾ ਹੈਗਾ ਆਪਣਾ, ਮਤਲਬ ਉਹਦੇ ਤੇ ਪੰਜਾਬ ਦਾ ਆਪਣਾ ਇੱਕ ਸਟੈਂਡ ਆ, ਉਹਨੂੰ ਰੱਖਣਾ ਬਣਦਾ, ਹਿਮਾਚਲ ਆਪਣਾ ਰੱਖੂਗਾ। ਪਰ ਇੱਕ ਜਿਹੜਾ ਤਰਕਸੰਗਤ ਢੰਗ ਨਾਲ ਸੈਂਟਰ ਨੇ ਕੰਮ ਨਹੀਂ ਕੀਤਾ ਸੀਗਾ ਜਿਹਦਾ ਮੁੱਖ ਮੰਤਰੀ ਨੇ ਵਿਰੋਧ ਕੀਤਾ, ਉਹਨੂੰ ਐਜ਼ ਏ ਪੰਜਾਬ ਦੇ CM ਵਿਰੋਧ ਕਰਨਾ ਹੀ ਬਣਦਾ ਹੈ। ਜੀ, ਭਲਵਾਨਾਂ ਦਾ ਸੰਘਰਸ਼ ਕਿਸ ਮੋੜ ਤੇ ਹੈ ਜੀ? ਇਸ ਸਮੇਂ ਖਬਰ ਅੱਜ ਦੀ ਡਿਵੈਲਪਮੈਂਟ ਇਹ ਰਹੀ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਹੈ ਜਿਹੜਾ, ਉਹਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ। ਮਤਲਬ ਜੋ ਪੁਲਿਸ ਨੇ ਜਿਹੜੀ ਉਹ ਕੀਤਾ ਹੈਗਾ ਉਹਦੇ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਬ੍ਰਿਜ ਭੂਸ਼ਣ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ ਮਤਲਬ। ਲੇਕਿਨ ਇਹਨੂੰ ਕਾਫੀ ਲੰਮਾ ਟਾਈਮ ਲੱਗਿਆ ਇਹਦੇ ਵਿੱਚ, ਲੇਕਿਨ ਫਿਰ ਵੀ ਦਿੱਲੀ ਪੁਲਿਸ ਹੈ ਜਿਹੜੀ ਉਹ ਇੱਕ ਢੰਗ ਨਾਲ ਉਹਦੇ ਨਾਲ ਵੀ ਖੜੀ ਨਜ਼ਰ ਆਉਂਦੀ ਹੈ। ਉਹ ਵੀ ਮੈਂ ਦੱਸਦਾ ਕਿੱਦਾਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਭੂਸ਼ਣ ਦੇ ਖਿਲਾਫ, ਉਹ ਕੀਤਾ ਗਿਆ ਇੱਕ ਤਾਂ IPC ਦੀ ਧਾਰਾ 354 ਜਿਹੜੀ ਕਿ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਹੁੰਦੀ ਹੈ, ਇੱਕ 354A ਹੋ ਗਈ, ਇਹ ਹੈਗੀ ਜਿਨਸੀ ਟਿੱਪਣੀਆਂ ਕਰਨਾ, 354D ਹੋ ਗਈ, ਇਹ ਹੁੰਦੀ ਆ ਸਟਾਕਿੰਗ ਸੰਬੰਧੀ ਅਪਰਾਧ ਹੋ ਗਏ ਜਿਹੜੇ ਉਹਦੇ ਨਾਲ ਸੰਬੰਧਿਤ ਹੁੰਦੀ ਹੈ। ਇਹਦੇ ਨਾਲ ਹੀ ਦਿੱਲੀ ਦੇ ਜਿਹੜੇ ਹੈਗੇ ਆ ਪੁਲਿਸ ਨੇ ਨਾਬਾਲਗ ਭਲਵਾਨ ਕੁੜੀ ਵਾਲੇ ਮਾਮਲੇ ਦੇ ਵਿੱਚ ਜੋ ਪੌਕਸੋ ਕੇਸ ਆ ਉਹਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ। ਇੱਥੇ ਦਿੱਲੀ ਪੁਲਿਸ ਜਿਹੜੀ ਹੈ ਉਹਦੇ ਨਾਲ ਖੜੀ ਨਜ਼ਰ ਆਉਂਦੀ ਹੈ ਵੀ ਜਿਹੜਾ ਅਹਿਮ ਮਾਮਲਾ ਤਾਂ ਨਾਬਾਲਗ ਕੁੜੀ ਵਾਲਾ ਹੈਗਾ ਉਹਨੂੰ ਇਹ ਅਦਾਲਤ ਨੂੰ ਕਹਿ ਰਹੀ ਹੈ ਜੀ ਤੁਸੀਂ ਇਹਨੂੰ ਰੱਦ ਕਰ ਦਿਓ। ਇਹਦੇ ਨਾਲ ਹੀ ਪੁਲਿਸ ਦਾ ਕਹਿਣਾ ਹੈਗਾ ਕਿ ਇਸ ਮਾਮਲੇ ਵਿੱਚ ਬ੍ਰਿਜ ਭੂਸ਼ਣ ਦੇ ਖਿਲਾਫ ਸਾਨੂੰ ਜੀ ਕੋਈ ਸਬੂਤ ਨਹੀਂ ਮਿਲਿਆ। ਹੁਣ ਸਾਰਾ ਅਹਿਮ ਬਿੰਦੂ ਮੈਂ ਤੁਹਾਨੂੰ ਦੱਸ ਦਿੰਦਾ ਕੀ ਸੀਗੇ ਸਾਰੇ ਮਾਮਲੇ ਦੀ ਜਿਹੜੀ ਇਹਦੀ ਡਿਵੈਲਪਮੈਂਟ ਹੋਈ ਹੈ। ਇੱਕ ਪਾਸੇ ਤਾਂ ਹਰਿਆਣੇ ਵਿੱਚ ਅੱਜ ਬੰਦ ਦਾ ਐਲਾਨ ਕੀਤਾ ਗਿਆ ਸੀ ਪਹਿਲਵਾਨਾਂ ਦੇ ਹੱਕ ਦੇ ਵਿੱਚ,
ਕਿਉਂਕਿ ਅੱਜ 15 ਤਰੀਕ ਸੀ, ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਕੋਈ ਕਾਰਵਾਈ ਕਰਨਗੇ ਨਹੀਂ ਇਹ। ਜੀ ਅੱਜ ਵੀ ਕੋਈ ਖਾਸ ਨਹੀਂ ਹੋਈ, ਚਾਰਜਸ਼ੀਟ ਦਾਖਲ ਹੋਈ ਹੈ। ਹੁਣ ਅਗਰ ਚਾਰਜਸ਼ੀਟ ਦਾਖਲ ਦਾ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨੂੰ ਫੜਿਆ ਜਾਊਗਾ, ਜੀ ਇਹਦੇ ਵਿੱਚ ਬਹੁਤ ਟਾਈਮ ਵੀ ਲਾਇਆ ਜਾ ਸਕਦਾ ਹੁੰਦਾ। ਜੀ। ਪਰ ਜਿਹੜੀ ਅੱਜ ਦੀ ਖਾਸ ਡਿਵੈਲਪਮੈਂਟ ਹੋਈ ਹੈ ਉਹ ਹੈ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਕੇਸ ਹੈ ਜਿਹੜਾ ਉਹ ਰੱਦ ਕਰਨ ਦੀ ਸਿਫਾਰਿਸ਼ ਦੇ ਬਾਵਜੂਦ ਪੁਲਿਸ ਦੇ ਕੋਲ ਅਜੇ ਵੀ ਉਹਨਾਂ ਨੂੰ ਦੂਜੇ ਕੇਸ ਵਿੱਚ ਗ੍ਰਿਫਤਾਰ ਕਰਨ ਦੀ ਸ਼ਕਤੀ ਹੈਗੀ ਹੈ, ਪਰ ਕਰਨਗੇ ਕਿ ਨਹੀਂ ਇਹ ਪਤਾ ਨਹੀਂ। ਚਾਰਜਸ਼ੀਟ ਵਿੱਚ ਸਾਰੀਆਂ ਜਿਹੜੀਆਂ ਧਾਰਾਵਾਂ ਨੇ ਜਿਹਦੇ ਵਿੱਚ 354, 354 ਏ, 354 ਡੀ, ਜੋ ਕਿ 6 ਬਾਲਗ ਸ਼ਿਕਾਇਤਕਰਤਾਵਾਂ ਨੇ ਦਿੱਤੀ FIR ਦੇ ਵਿੱਚ ਸ਼ਾਮਲ ਹੈ। ਇਹਦੇ ਵਿੱਚ ਇੱਕ ਨਵੀਂ ਧਾਰਾ 506 ਇੱਕ ਜੋੜੀ ਗਈ ਹੈ। ਇਹਨਾਂ ਵਿੱਚ ਜਿਹੜਾ ਹੈਗਾ ਇਸ ਤਹਿਤ ਵੱਧ ਤੋਂ ਵੱਧ ਸਜ਼ਾ ਜਿਹੜੀ 5 ਸਾਲ ਦੀ ਹੋ ਸਕਦੀ ਹੈ। ਜੀ ਅਦਾਲਤ ਦੀ ਜਿਹੜੀ ਰਿਪੋਰਟ ਹੈ ਉਹ ਦੱਸ ਰਹੀ ਹੈਗੀ ਹੈ ਕਿ ਰਿਪੋਰਟ ਤੇ ਗੌਰ ਕਰੂਗੀ ਤੇ ਪੂਰੀ ਤਰ੍ਹਾਂ ਦੀ ਜਾਂਚ ਜਿਹੜੀ ਹੈ, ਪੁਲਿਸ ਕਹਿੰਦੀ ਹੈ ਕਿ ਉਹ ਅਦਾਲਤ ਪੁਲਿਸ ਦੀ ਰਿਪੋਰਟ ਤੇ ਗੌਰ ਕਰੂ ਤੇ ਪੂਰੀ ਤਰ੍ਹਾਂ ਨਾਲ ਜਾਂਚ ਕਰੇਗੀ ਕਿ ਇਹ ਸਾਰਾ ਮਾਮਲਾ ਸਹੀ ਹੈ ਜਾਂ ਕੀ ਹੈ। ਜੀ ਇਹਦੇ ਨਾਲ ਹੀ ਜੋ ਪੋਕਸੋ ਐਕਟ ਹੈ ਉਹਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਪੁਲਿਸ ਵੱਲੋਂ। ਤੇ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੋਕਸੋ ਮਾਮਲੇ ਦੀ ਜਿਹੜੀ ਸੁਣਵਾਈ ਦੀ ਤਰੀਕ ਹੁਣ 4 ਜੁਲਾਈ ਨੂੰ ਪੈ ਚੁੱਕੀ ਹੈ। ਜੀ ਪੋਕਸੋ ਕੇਸ ਸੰਬੰਧਿਤ ਜਿਹੜੀ ਚਾਰਜਸ਼ੀਟ ਹੈ ਉਹ ਪਟਿਆਲਾ ਹਾਊਸ ਕੋਰਟ ਦੇ ਵਿੱਚ ਬਾਕੀ ਮਾਮਲਿਆਂ ਸੰਬੰਧੀ ਜੋ ਚਾਰਜਸ਼ੀਟ ਆ ਜੀ ਉਹ ਇਹਦੇ ਵਿੱਚ ਅਦਾਲਤ ਨੇ ਵਿੱਚ ਪੇਸ਼ ਕੀਤੀ ਜਾਊਗੀ। ਇਹ ਅਸਲ ਵਿੱਚ ਜੋ ਸੰਸਦ ਮੈਂਬਰਾਂ ਵਿਧਾਇਕਾਂ ਦੇ ਕੇਸਾਂ ਦੀ ਅਦਾਲਤ ਹੁੰਦੀ ਹੈ ਉਹਦੇ ਵਿੱਚ ਹੈ। ਬਾਕੀ ਮਾਮਲਿਆਂ ਦੀ ਜਿਹੜੀ ਸੁਣਵਾਈ ਆ ਉਹ ਹੁਣ 22 ਜੂਨ ਨੂੰ ਹੋਣ ਦੀ ਸੰਭਾਵਨਾ, 22 ਜੂਨ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ। ਹੁਣ ਥੋੜਾ ਜਿਹਾ ਅਸੀਂ ਆਏ ਵੀ ਸਮਝਾ ਦਿੰਦੇ ਹਾਂ ਕਿਉਂਕਿ ਇਹ ਕਾਰਵਾਈ ਤੋਂ ਬਾਅਦ ਬ੍ਰਿਜ ਭੂਸ਼ਣ ਦਾ ਵਕੀਲ ਨੇ ਤਾਂ ਉਹੀ ਗੱਲ ਕਹਿਣੀ ਹੈ ਨਠੀ ਟਰਾਈ ਵੀ ਦੇਖੋ ਜੀ ਇਹ ਸਾਡੇ ਨਾਲ ਤੋਂ ਧੱਕਾ ਹੋ ਰਿਹਾ, ਅਸੀਂ ਸਹੀ ਹਾਂ, ਸਾਨੂੰ ਫਸਾਇਆ ਜਾ ਰਿਹਾ। ਪਰ ਜਿਹੜਾ ਮਾਮਲਾ ਜੇ ਮੈਂ ਇੱਕ ਵਾਰ ਚੈੱਕ ਕਰਾ ਦਾਂ, ਕਈ ਵਾਰ ਆਏ ਹੁੰਦਾ ਵੀ ਲੋਕਾਂ ਦੀ ਮੈਮਰੀ ਘੱਟ ਹੁੰਦੀ ਆ। ਇਹ ਮਾਮਲਾ ਜਿਹੜਾ ਹੈਗਾ ਸ਼ੁਰੂ ਹੋਇਆ ਸੀ 18 ਜਨਵਰੀ 2023 ਤੋਂ ਹੀ, ਜੀ ਜਦੋਂ ਪਹਿਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਬਜਰੰਗ ਪੂਨੀਆ ਇਹ ਜੰਤਰ ਮੰਤਰ ਤੇ ਕੁਸ਼ਤੀ ਫੈਡਰੇਸ਼ਨ ਦੇ ਉਸ ਸਮੇਂ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦੋਸ਼ ਲਾਏ ਸੀ। ਜੀ ਉਸ ਵੇਲੇ ਫੋਗਾਟ ਨੇ ਰੋਂਦੇ ਹੋਏ ਕਿਹਾ ਸੀ ਕਿ ਅੱਗੇ ਬ੍ਰਿਜ ਭੂਸ਼ਣ ਆ ਜਿਹੜਾ ਉਹ ਤੇ ਕੋਚ ਰਾਸ਼ਟਰੀ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਦਾ। ਜੀ ਇਸ ਤੋਂ ਬਾਅਦ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕਰ ਉਹਦੇ ਨਾਲ ਮੁਲਾਕਾਤ ਹੋਈ। 23 ਜਨਵਰੀ ਨੂੰ ਇਲਜ਼ਾਮਾਂ ਦੀ ਜਾਂਚ ਲਈ 5 ਮੈਂਬਰੀ ਕਮੇਟੀ ਬਣਾਈ ਗਈ। ਅਨੁਭਵੀ ਮੁੱਕੇਬਾਜ਼ MC ਮੈਰੀਕਾਮ ਨੂੰ ਇੱਕ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਕਮੇਟੀ ਨੂੰ 4 ਹਫ਼ਤਿਆਂ ਦੇ ਵਿੱਚ ਜਾਂਚ ਕਰਨ ਦਾ ਲਈ ਕਿਹਾ ਗਿਆ। ਕਮੇਟੀ ਨੇ ਰਿਪੋਰਟ ਸਰਕਾਰ ਨੂੰ ਦਿੱਤੀ ਤੇ ਰਿਪੋਰਟ ਜਨਤਕ ਨਹੀਂ ਕੀਤੀ। ਪਰ ਇਹਦੇ ਨਾਲ ਹੀ ਮਹਿਲਾ ਪਹਿਲਵਾਨਾਂ ਨੇ 21 ਅਪ੍ਰੈਲ ਨੂੰ ਬ੍ਰਿਜ ਭੂਸ਼ਣ ਦੇ ਖਿਲਾਫ ਸ਼ਿਕਾਇਤ ਕਰਨ ਲਈ ਕਨਾਟ ਪਲੇਸ ਥਾਣੇ ਵਿੱਚ ਗਏ। ਪੁਲਿਸ ਨੇ FIR ਦਰਜ ਨਹੀਂ ਕੀਤੀ। ਬਾਅਦ ਵਿੱਚ ਅਦਾਲਤ ਨੂੰ ਦਖਲ ਦੇਣਾ ਪਿਆ। ਅਦਾਲਤੀ ਦਖਲ ਤੋਂ ਬਾਅਦ ਫਿਰ ਜਾ ਕੇ ਜਿਹੜਾ ਹੈਗਾ ਇਹ FIR ਦਰਜ ਹੋਈ। ਪਰ ਇਹ ਤੋਂ ਪਹਿਲਾਂ 23 ਅਪ੍ਰੈਲ ਨੂੰ ਓਲੰਪਿਕ ਜਿਹੜੇ ਖਿਡਾਰੀ ਸੀ ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਫੋਗਾਟ, ਇਹਨਾਂ ਦੀ ਅਗਵਾਈ ਦੇ ਵਿੱਚ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਦੇ ਖਿਲਾਫ ਮੋਰਚਾ ਖੋਲ੍ਹਿਆ। 28 ਅਪ੍ਰੈਲ ਨੂੰ ਜਾ ਕੇ ਅਦਾਲਤੀ ਦਖਲ ਤੋਂ ਬਾਅਦ ਇਹਦੇ ਖਿਲਾਫ FIR ਦਰਜ ਹੋਈ। ਪਰ ਪਹਿਲਵਾਨਾਂ ਦੀ ਮੰਗ ਸੀ ਕਿ ਜਦੋਂ ਤੱਕ ਉਹ ਗ੍ਰਿਫਤਾਰ ਨਹੀਂ ਹੁੰਦਾ ਉਦੋਂ ਤੱਕ ਧਰਨਾ ਜਾਰੀ ਰਹੂਗਾ। ਇਸੇ ਦੌਰਾਨ ਹੀ ਖੇਡ ਮੰਤਰੀ ਨੇ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਹੀ ਇੱਕ ਬੈਠਕ ਬੁਲਾਈ ਸੀ ਜਿਹਦੇ ਵਿੱਚ ਕੁਝ ਖਿਡਾਰੀਆਂ ਨੂੰ ਬੁਲਾਇਆ ਗਿਆ ਸੀਗਾ। 15 ਜੂਨ ਤੱਕ ਚਾਰਜਸ਼ੀਟ ਦਾਇਰ ਕਰਨ ਲਈ ਕਿਹਾ ਸੀ ਤੇ ਕਿਹਾ ਸੀ ਵੀ ਤੁਸੀਂ ਆਪਣਾ ਪ੍ਰਦਰਸ਼ਨ ਵਾਪਸ ਲੈ ਲਓ। ਉਦੋਂ ਤੱਕ ਪ੍ਰਦਰਸ਼ਨ ਜਿਹੜਾ ਕੁਝ ਚਿਰ ਲਈ ਟਾਲ ਦਿੱਤਾ ਗਿਆ ਸੀ, ਪਰ ਉਹਨੂੰ ਜਿਹੜਾ ਗਰਾਊਂਡ ਤੋਂ ਸਪੋਰਟ ਮਿਲਦੀ ਰਹੀ ਹੈ। ਹੁਣ ਥੋੜਾ ਜਿਹਾ ਇਹ ਵੀ ਸਮਝਾ ਦਿੰਦਾ ਮੈਂ ਵੀ ਇਹਦੇ ਤੇ ਦੋਸ਼ ਕੀ ਉਸ ਤਰ੍ਹਾਂ ਸੀਗੇ। ਪੁਲਿਸ FIR ਦੇ ਵਿੱਚ ਜਿਹੜਾ ਕੀਤੇ ਜਿਹੜੇ ਵੇਰਵੇ ਆ ਉਹਦੇ ਵਿੱਚੋਂ ਕੁਸ਼ਤੀ ਫੈਡਰੇਸ਼ਨ ਦੇ ਉੱਤੇ 12 ਸਾਲਾਂ ਤੱਕ ਦਾ ਜਿਹੜਾ ਪ੍ਰਧਾਨ ਹੋਣ ਦੇ ਕਰਕੇ ਬ੍ਰਿਜ ਭੂਸ਼ਣ ਦਾ ਦਬਦਬਾ ਕਾਫੀ ਤਾਕਤ ਦਾ ਜਿਹੜਾ ਉਹ ਆਪਣਾ ਜ਼ਿਕਰ ਕਰ ਆਉਂਦਾ ਹੈਗਾ। ਪਹਿਲਵਾਨਾਂ ਦਾ ਦੇ ਮੁਤਾਬਕ ਜਿਨਸੀ ਸ਼ੋਸ਼ਣ ਸੰਬੰਧੀ ਜਿਹੜਾ ਜਿਨਸੀ ਸੰਬੰਧ ਦੀ ਪੇਸ਼ਕਸ਼ ਨੂੰ ਠੁਕਰਾਉਣ ਕਰਕੇ ਉਹਨਾਂ ਨੂੰ ਪ੍ਰਸ਼ਾਸਕ ਨਿਕਤੇ ਨਿਆਇਕ ਜਿਹੜਾ ਹੈਗਾ ਨਿਆਂ ਨਿਯਮਾਂ ਦੀ ਵਰਤੋਂ ਆ ਦੇ ਕਈ ਸਾਰੇ ਤਰੀਕੇ ਨਾਲ ਉਹਨੇ ਪਰੇਸ਼ਾਨ ਕੀਤਾ ਜਦੋਂ ਅਸੀਂ ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਣ ਤੋਂ ਨਾ ਕਰ ਦਿੱਤੀ। ਪਹਿਲਵਾਨਾਂ ਦਾ ਇਹ ਵੀ ਕਹਿਣਾ ਕਿ ਸ਼ੋਸ਼ਣ ਦੀ ਜਿਹੜੀ ਹੈਗੀ ਆ ਤੁਰੰਤ ਸੂਚਨਾ ਨਾ ਦੇਣ ਦਾ ਵੀ ਇਹੀ ਕਾਰਨ ਸੀਗਾ ਵੀ ਉਹਦਾ ਦਬਦਬਾ ਸੀਗਾ, ਜਿਹਦੇ ਕਰਕੇ ਪਹਿਲਵਾਨ ਕੁੜੀਆਂ ਪਹਿਲਾਂ ਡਰਦੀਆਂ ਰਹੀਆਂ, ਬਾਅਦ ਵਿੱਚ ਉਹਨਾਂ ਨੇ ਜਦੋਂ ਹਿੰਮਤ ਆਈ ਉਦੋਂ ਆਈ ਉਹ ਬਾਹਰ ਆਈਆਂ। ਤੇ ਇਸੇ ਤਰ੍ਹਾਂ ਜਦੋਂ ਓਲੰਪਿਕ ਖੇਡਣ ਜਾਂਦੇ ਆ ਤਾਂ ਸਾਡੇ ਕੋਲ ਕੋਈ ਜਿਹੜਾ ਫਿਜ਼ੀਓ ਜਾਂ ਕੋਚ ਤੱਕ ਨਹੀਂ ਹੁੰਦਾ। ਜਦੋਂ ਅਸੀਂ ਆਵਾਜ਼ ਚੁੱਕੀ ਤਾਂ ਸਾਨੂੰ ਧਮਕਾਉਣਾ ਸ਼ੁਰੂ ਕਰਤਾ ਹੈ। ਕਈ ਸ਼ਿਕਾਇਤਾਂ ਇਹੋ ਜਿਹੀਆਂ ਵੀ ਆਈਆਂ ਜਿਹਦੇ ਮੁਤਾਬਕ ਇਹਨਾਂ ਘਟਨਾਵਾਂ ਦੇ ਵਿੱਚ ਉਹਨਾਂ ਨੂੰ ਕਰੀਅਰ ਦਾ ਵੀ ਡਰ ਸੀਗਾ ਵੀ ਸਾਡਾ ਕਿਤੇ ਕਰੀਅਰ ਨਾ ਚਲਿਆ ਜਾਵੇ। ਉਸ ਕਰਕੇ ਵੀ ਕੁੜੀਆਂ ਕੁਛ ਬੋਲਣ ਦੀ ਹਿੰਮਤ ਨਹੀਂ ਕਰਦੀਆਂ ਸੀ। ਸਾਕਸ਼ੀ ਮਲਿਕ ਦੇ ਮੁਤਾਬਕ ਜਨਵਰੀ ਦੇ ਵਿੱਚ
ਆਵਾਜ਼ ਚੁੱਕਣ ਦਾ ਕਾਰਨ ਜਿਹੜਾ ਪਿਛਲੇ ਵਿਸ਼ਵ ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਸਾਹਮਣੇ ਆਈ ਸੀ ਇੱਕ ਘਟਨਾ, ਉਹਦੇ ਕਰਕੇ ਹੋਇਆ ਸੀ। ਸਾਕਸ਼ੀ ਦਾ ਕਹਿਣਾ ਸੀ ਕਿ ਸਾਲ 22 ਦੇ ਵਿੱਚ ਇੱਕ ਜਾਂ ਦੋ ਮਹਿਲਾ ਭਲਵਾਨਾਂ ਨੇ ਵਰਲਡ ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ ਦੇ ਦੌਰਾਨ ਵੀ ਜਿਨਸੀ ਸ਼ੋਸ਼ਣ ਬਾਰੇ ਦੱਸਿਆ ਸੀ। ਫਿਰ ਅਸੀਂ ਸਾਰੇ ਇਕੱਠੇ ਹੋ ਕੇ ਮਹਿਸੂਸ ਕੀਤਾ ਕਿ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸ਼ਿਕਾਇਤ ਕਰਨ ਵਾਲਿਆਂ ਵਿੱਚ ਨਾਬਾਲਗ ਕੁੜੀ ਵੀ ਸ਼ਾਮਲ ਸੀ, ਜਿਹਨੇ ਬ੍ਰਿਜ ਭੂਸ਼ਣ ਦੇ ਖਿਲਾਫ ਪੌਕਸੋ ਐਕਟ ਤਹਿਤ ਸ਼ਿਕਾਇਤ ਦਰਜ ਕਰਾਈ ਸੀ। 15 ਜੂਨ ਨੂੰ ਚਾਰਜਸ਼ੀਟ ਆਉਣ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਜਿਹੜਾ ਹੈਗਾ ਸ਼ਿਕਾਇਤ ਵਾਪਸ ਲੈਣ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਹਾਲਾਂਕਿ ਸਾਕਸ਼ੀ ਮਾਲਕ ਨੇ ਕਿਹਾ ਕਿ ਨਾਬਾਲਗ ਦੇ ਸੰਪਰਕ ਨੇ ਨਵਾਂ ਬਿਆਨ ਦੇਣ ਦੇ ਫੈਸਲੇ ਨੂੰ ਜਿਹੜਾ ਦਬਾਅ 'ਚ ਚੁੱਕਿਆ ਗਿਆ ਕਦਮ ਮੰਨਦੇ ਆ। ਸੋ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਹੋਈਆਂ ਸੀ, ਇਹਦੇ ਵਿੱਚ ਹਾਲ ਦੀ ਘੜੀ ਇਹੀ ਹੈ ਵੀ ਉਹ ਖਿਡਾਰੀਆਂ ਨਾਲ ਸਪੋਰਟ ਜੁੜੀ ਹੋਈ ਹੈ ਤਕੜੀ, ਤੇ ਗਰਾਊਂਡ ਲੈਵਲ ਤੇ ਉਹਨਾਂ ਨੂੰ ਪੰਜਾਬ, ਹਰਿਆਣੇ ਤੇ ਰਾਜਸਥਾਨ, ਬਾਕੀ ਮੁਲਕ ਦੇ ਹਿੱਸਿਆਂ ਤੋਂ ਵੀ, ਪਰ ਇਹਨਾਂ ਸੂਬਿਆਂ ਤੋਂ ਜ਼ਿਆਦਾ ਸਪੋਰਟ ਮਿਲ ਰਹੀ ਹੈ। ਜੀ ਅਖੌਤੀ ਗਊ ਰੱਖਿਆ ਨੇ ਜਿਹੜਾ ਹੈਗਾ ਇੱਕ ਵਿਅਕਤੀ ਦਾ ਕਤਲ ਕੀਤਾ ਜੀ, ਬੜੀ ਮੰਦਭਾਗੀ ਖਬਰ ਜਿਹੜੀ ਹੈਗੀ ਹੈ ਸਾਹਮਣੇ ਆ ਰਹੀ ਹੈ, ਇਹਦੇ ਬਾਰੇ ਕੀ ਚਾਨਣਾ ਪਾਉਂਗੇ? ਆਪਾਂ ਨੂੰ ਪਤਾ ਵੀ ਮੋਦੀ ਸਰਕਾਰ ਦੇ ਰਾਜ ਦੌਰਾਨ ਇਸ ਤਰ੍ਹਾਂ ਦੇ ਗਊ ਰੱਖਕ ਵੀ ਪੈਦਾ ਹੋ ਗਏ। ਉਹ ਖਾਸ ਕਰਕੇ ਕਿਸੇ ਨੂੰ ਘੇਰਦੇ ਨੇ, ਘੇਰ ਕੇ ਕਹਿੰਦੇ ਨੇ ਕਿ ਤੂੰ ਗਊ ਮਾਰਨ ਲੱਗਿਆ, ਕਦੇ ਕਿਸੇ ਦੀ ਕਹਿੰਦੇ ਨੇ ਵੀ ਫਰਿੱਜ ਦੇ ਵਿੱਚੋਂ ਗਊ ਦਾ ਮੀਟ ਆ, ਕਦੇ ਜੀ ਫਲਾਨਾ ਬੰਦਾ ਲਿੰਚਿੰਗ ਕਰਨ ਚੱਲਿਆ ਸੀ, ਤੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਖੜਾ ਹੁੰਦਾ। ਪ੍ਰਸ਼ਾਸਨ ਛੱਡੋ, ਉਹੋ ਜਿਹੇ ਬੰਦਿਆਂ ਨੂੰ ਬਾਅਦ ਵਿੱਚ ਜਦੋਂ ਕੋਈ ਮਰਦਾ ਹੈ ਜਾਂ ਤੁਹਾਨੂੰ ਤਿਰੰਗੇ 'ਚ ਲਪੇਟਿਆ ਜਾਂਦਾ, ਜਿਹੜਾ ਗਊ ਰੱਖਕਾਂ ਦੀ ਗੱਲ ਕਰਦਾ, ਖੌਤੀਆਂ ਦੀ, ਤੇ ਉਹਨਾਂ ਨੂੰ ਮੰਤਰੀ ਜਾ ਕੇ ਸਲਾਮੀ ਦੇਣ ਜਾਂਦੇ ਹੈਗੇ ਨੇ। ਇਹ ਕੁਛ ਹੁੰਦਾ ਰਿਹਾ। ਤੇ ਹੁਣ ਵੀ ਜਿਹੜੀ ਘਟਨਾ ਇਹ ਮਹਾਰਾਸ਼ਟਰ ਦੇ ਵਿੱਚੋਂ ਆ ਰਹੀ ਹੈ। ਮਹਾਰਾਸ਼ਟਰ ਦੇ ਵਿੱਚ ਇਸੇ ਤਰ੍ਹਾਂ ਦੇ ਇੱਕ ਗਊ ਰੱਖਕ ਨੇ, 6 ਗਊ ਰੱਖਕ ਸੀ, ਬਾਅਦ ਵਿੱਚ ਪਤਾ ਲੱਗਿਆ ਵੀ ਇਹ ਬਜਰੰਗ ਦਲ ਨਾਲ ਜੁੜੇ ਹੋਏ ਸੀਗੇ। ਇਹਨਾਂ ਨੇ ਇੱਕ ਲੜਕੇ ਨੂੰ, ਜੋ ਕਿ ਮੁਸਲਿਮ ਲੜਕਾ, ਉਹਨੂੰ ਘੇਰਿਆ, ਕਿਹਾ ਵੀ ਤੂੰ ਤਾਂ ਜੋ ਗਊਆਂ ਦੀ ਤਸਕਰੀ ਕਰ ਰਿਹਾ। ਪੁਲਿਸ ਦਾ ਕਹਿਣਾ ਕਿ 10 ਜੂਨ ਨੂੰ ਸਾਨੂੰ ਜਿਹੜਾ ਹੈਗਾ ਲੁਕਮਾਨ ਅੰਸਾਰੀ ਜਿਹੜਾ ਮੁੰਡਾ ਮਾਰਿਆ ਗਿਆ, ਉਹਦੀ ਲਾਸ਼ ਮਿਲੀ ਇਕਤਪੁਰੀ ਇਲਾਕੇ ਵਿੱਚੋਂ ਮਹਾਰਾਸ਼ਟਰ ਦੇ। ਉੱਥੇ ਜਿਹੜਾ ਅਸੀਂ ਦੇਖਿਆ ਕਿ ਉਹਦੇ ਕੋਈ ਸੱਟ ਲੱਗੀ ਹੋਈ ਸੀ, ਪੋਸਟਮਾਰਟਮ ਦੇ ਵਿੱਚੋਂ ਸਾਹਮਣੇ ਆਈ ਚੀਜ਼। ਉਦੋਂ ਬਾਅਦ ਪੁਲਿਸ ਨੇ ਜਿਹੜੇ 6 ਗਊ ਰੱਖਕ ਨੇ ਉਹ ਫੜ ਲਏ, ਹਿਰਾਸਤ ਵਿੱਚ ਲੈ ਲਏ। ਇਹ ਸਾਰੇ ਬਜਰੰਗ ਦਲੀਏ ਸੀਗੇ। ਤੇ ਅੰਸਾਰੀ ਆਪਣੇ 2 ਸਹਿਯੋਗੀਆਂ ਦੇ ਨਾਲ ਜਿਹੜਾ 8 ਜੂਨ ਨੂੰ ਜਿਹੜਾ ਆਪਣੇ ਟੈਂਪੂ ਦੇ ਵਿੱਚ ਪਸ਼ੂਆਂ ਨੂੰ ਲੈ ਕੇ ਜਾ ਰਿਹਾ ਸੀ, ਜਦੋਂ ਥਾਣੇ ਜ਼ਿਲ੍ਹੇ ਦੇ ਵਿੱਚ ਪਹੁੰਚਿਆ ਤਾਂ ਉੱਥੇ ਜਿਹੜਾ 10-15 ਲੋਕਾਂ ਨੇ ਉਹਨੂੰ ਰੋਕਿਆ ਤੇ ਟੈਂਪੂ ਨੂੰ ਜਿਹੜਾ ਆਪਣੇ ਕਬਜ਼ੇ 'ਚ ਲੈ ਲਿਆ ਤੇ ਇਹਦੀ ਕੁੱਟਮਾਰ ਕੀਤੀ, ਜਿਹਦੇ ਕਰਕੇ ਮਰ ਗਿਆ। ਸੋ ਇਹ ਦੁਖਦਾਈ ਘਟਨਾਵਾਂ ਕੋਈ ਨਾ ਪਹਿਲੀ ਹੈ ਨਾ ਸ਼ਾਇਦ ਆਖਰੀ ਹੈ, ਕਿਉਂਕਿ ਇੱਕ ਤਰ੍ਹਾਂ ਨਾਲ ਪੂਰੇ ਸਮਾਜ ਨੂੰ ਜਿਹੜਾ ਹੈਗਾ ਇੱਕ ਹਿੰਸਕ ਸਮਾਜ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਆ, ਜਿਹਦੇ ਵਜੋਂ ਅਸੀਂ ਦੇਖ ਰਹੇ ਹਾਂ ਕਿ ਉਹਦਾ ਬਹੁਤਾ ਸ਼ਿਕਾਰ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਦੇ ਲੋਕ ਹੀ ਹੋ ਰਹੇ ਨੇ। ਜੀ, ਦੂਸਰੀ ਗੱਲ, ਆਪਾਂ ਜਦੋਂ ਵੇਖਦੇ ਹਾਂ ਬਜ਼ੁਰਗਾਂ ਦੀ ਸਥਿਤੀ ਨੂੰ ਵਿਦੇਸ਼ਾਂ ਦੇ ਵਿੱਚ ਤੇ ਆਪਣੇ ਦੇਸ਼ ਦੇ ਵਿੱਚ, ਤਾਂ ਆਪਣੇ ਦੇਸ਼ ਦੀ ਬਨਸਬਤ ਵਿਦੇਸ਼ਾਂ ਦੇ ਵਿੱਚ ਬੜੀ ਵਧੀਆ ਜ਼ਿੰਦਗੀ ਜਿਹੜੀ ਹੈਗੀ ਆ ਸਾਨੂੰ ਨਜ਼ਰ ਆਉਂਦੀ ਹੈ ਬਜ਼ੁਰਗਾਂ ਦੀ। ਤਾਂ ਤੁਸੀਂ ਕਿਵੇਂ ਲੈਂਦੇ ਹੋ ਇਸ ਗੱਲ ਨੂੰ? ਮਾੜੀ ਹਾਲਤ ਜਿਹੜੀ ਬਜ਼ੁਰਗਾਂ ਦੀ ਆਪਣੇ ਦੇਸ਼ ਦੇ ਵਿੱਚ ਨਜ਼ਰ ਆਉਂਦੀ ਹੈ ਜੀ? ਕੀ ਕੋਸ਼ਿਸ਼ਾਂ ਉਪਰਾਲੇ ਹੋ ਸਕਦੇ ਨੇ, ਹੋ ਰਹੇ ਨੇ, ਜਾਂ ਕਿੱਥੇ ਖੜੀ ਹੈ ਸਥਿਤੀ? ਇਹਦੇ ਵਿੱਚ 2-3 ਕਈ ਸਾਰੇ ਕਾਰਨ ਨੇ। ਵੈਸੇ ਇੱਕ ਤੇ ਰਿਪੋਰਟ ਸਾਹਮਣੇ ਆਈ ਹੈ, ਮੈਂ ਜ਼ਰਾ ਪਹਿਲਾਂ ਰਿਪੋਰਟ ਸਾਂਝੀ ਕਰ ਲਾਂ ਜੀ, ਫਿਰ ਇਹਦੇ ਵਿੱਚ ਥੋੜੀ ਜਿਹੀ ਵਿਸਥਾਰ ਵੀ ਚਰਚਾ ਕਰ ਲਾਂਗੇ ਆਪਾਂ। ਜੀ ਜੀ। ਰਿਪੋਰਟ ਜਿਹੜੀ ਸਾਹਮਣੇ ਆਈ ਆ ਉਹਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਕਿ ਭਾਰਤ ਦੇ ਵਿੱਚ ਲਗਭਗ 16% ਇਹੋ ਜਿਹੇ ਬਜ਼ੁਰਗ ਔਰਤਾਂ ਨੇ ਜੀ, ਉਹਨਾਂ ਨਾਲ ਆਪਣੇ ਘਰਾਂ ਦੇ ਵਿੱਚ ਹੀ ਬੁਰਾ ਸਲੂਕ ਹੁੰਦਾ। ਇਹਨਾਂ ਦੇ ਵਿੱਚੋਂ ਜ਼ਿਆਦਾਤਰ ਮਾਮਲੇ ਸਰੀਰਕ ਹਿੰਸਾ ਦੇ ਨੇ। ਉਸ ਤੋਂ ਬਾਅਦ ਬੇਇੱਜ਼ਤੀ, ਮਨੋਵਿਗਿਆਨਕ ਤੌਰ ਦੇ ਉੱਤੇ ਉਹਨਾਂ ਦਾ ਤੰਗ ਪਰੇਸ਼ਾਨ ਕਰਨਾ ਸ਼ਾਮਲ ਹੈ। ਰਿਪੋਰਟ ਵਿੱਚ ਪ੍ਰਗਟਾਇਆ ਗਿਆ ਕਿ 16% ਬਜ਼ੁਰਗ ਔਰਤਾਂ ਨਾਲ ਬੁਰਾ ਵਤੀਰਾ ਕੀਤਾ ਜਾਂਦਾ। ਇਹਨਾਂ ਵਿੱਚੋਂ 50% ਔਰਤਾਂ ਨੇ ਨੂੰ ਸਰੀਰਕ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈਗਾ। 46% ਔਰਤਾਂ ਨੇ ਉਹਨਾਂ ਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ। 40% ਇਹੋ ਜਿਹੇ ਨੇ ਜਿਨ੍ਹਾਂ ਨੂੰ ਭਾਵਨਾਤਮਕ ਜਾਂ ਮਨੋਵਿਗਿਆਨਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ। ਸਰਵੇਖਣ ਦੱਸਦਾ ਕਿ 40% ਔਰਤਾਂ ਆਪਣੇ ਪੁੱਤਰਾਂ ਨੂੰ ਦੋਸ਼ੀ ਠਹਿਰਾਉਂਦੀਆਂ ਹੈਗੀਆਂ ਨੇ। 31% ਆਪਣੇ ਰਿਸ਼ਤੇਦਾਰਾਂ ਨੂੰ, 27% ਆਪਣੀਆਂ ਨੂੰਹਾਂ ਨੂੰ ਤੇ ਬੁਰੇ ਸਲੂਕ ਲਈ ਜ਼ਿੰਮੇਵਾਰ ਕਹਿੰਦੀਆਂ। ਸੰਯੁਕਤ ਰਾਸ਼ਟਰ ਦੀ ਮਾਨਤਾ ਪ੍ਰਾਪਤ ਇੱਕ ਵਿਸ਼ਵ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ ਦੇ ਸੰਬੰਧ ਵਿੱਚ ਵੀਰਵਾਰ ਨੂੰ ਮਨਾਇਆ ਜਾਂਦਾ। ਇਸੇ ਦੌਰਾਨ ਹੀ ਜਿਹੜਾ ਇੱਕ ਜੋ ਗੈਰ ਸਰਕਾਰੀ ਸੰਗਠਨ ਹੈ ਉਹਨੇ ਹੈਲਪੇਜ ਇੰਡੀਆ ਨਾਂ ਦੀ ਜਿਹੜੀ ਇੱਕ ਰਿਪੋਰਟ ਉਹਨੇ ਉਹ ਕੀਤੀ ਹੈ,
ਨਸ਼ਰ ਕੀਤੀ ਆ। ਜੀ ਇਹਦੇ ਵਿੱਚ ਇਹ ਅੰਕੜਾ ਸਾਹਮਣੇ ਆਇਆ, ਇਹ ਮਈ ਤੋਂ ਜੂਨ ਤੱਕ 1 ਮਹੀਨਾ ਦੇ ਦੌਰਾਨ 60 ਤੋਂ 90 ਸਾਲ ਦੀ ਉਮਰ ਦੇ ਜੋ 8000 ਦੇ ਕਰੀਬ ਬਜ਼ੁਰਗ ਔਰਤਾਂ ਨੇ ਉਹਦੇ ਉੱਤੇ ਸਰਵੇ ਕੀਤਾ ਗਿਆ ਜੀ। ਤੇ ਇਹਦੇ ਵਿੱਚ ਸਾਹਮਣੇ ਆਇਆ ਇਹ ਹੈਗਾ ਬਜ਼ੁਰਗਾਂ ਵਿੱਚੋਂ ਵੀ ਕੈਟਾਗਰੀ, ਔਰਤਾਂ ਦੀ ਕੈਟਾਗਰੀ। ਜੀ। ਦੇਖੋ ਇੱਕ ਚੀਜ਼ ਅਜੇ ਕਰ ਰਹੇ ਨੂੰ ਥੋੜਾ ਜਿਹਾ ਜੈਂਡਰ ਦੇ ਐਂਗਲ ਤੋਂ ਵੀ ਥੋੜਾ ਵਿਸ਼ਾਲ ਕਰ ਲਿਆ ਜਾਵੇ, ਛੋਟੇ ਬਜ਼ੁਰਗਾਂ ਦੀ ਗੱਲ ਕਰ ਲਈ ਜਾਵੇ। ਜੀ। ਇੱਕ ਤਾਂ ਜਿਵੇਂ ਨਾ ਬਾਹਰਲੇ ਮੁਲਕਾਂ ਦੀ ਤੁਸੀਂ ਗੱਲ ਕਰ ਰਹੇ ਹੋ, ਆਪਣਾ ਕੈਨੇਡਾ, ਅਮਰੀਕਾ, ਖਾਸ ਕਰਕੇ ਕੈਨੇਡਾ ਦੀ ਗੱਲ, ਉੱਥੇ ਇੱਕ ਸੋਸ਼ਲ ਸਿਕਿਉਰਿਟੀ ਹੈਗੀ ਆ ਜੀ। ਜੋ ਕਿ ਉੱਥੇ ਸੋਸ਼ਲ ਸਿਕਿਉਰਿਟੀ ਵੀ ਆ, ਬਜ਼ੁਰਗਾਂ ਲਈ ਵੀ ਆ, ਹੋਰ ਵੀ ਆ। ਇੱਕ ਤਾਂ ਉਹ ਚੀਜ਼ ਹੋ ਜਾਂਦੀ ਹੈਗੀ ਆ। ਭਾਰਤ ਵਿੱਚ ਕੋਈ ਉਸ ਤਰ੍ਹਾਂ ਦੀ ਸੋਸ਼ਲ ਸਿਕਿਉਰਿਟੀ ਨਾਂ ਦੀ ਚੀਜ਼ ਨਹੀਂ ਹੈਗੀ। ਜੀ। ਆਤਮ ਨਿਰਭਰਤਾ ਵਾਲੀ ਜਿਹੜੀ ਗੱਲ ਆਪਾਂ ਕਹਿੰਦੇ ਹੈਗੇ ਆ। ਜੀ। ਤੇ ਦੂਜੀ ਹੈਗੀ ਆ ਕਿ ਉੱਥੇ ਬਹੁਤ ਸਾਰੀਆਂ ਜੇ ਤੁਸੀਂ ਵੱਡੀ ਉਮਰ 'ਚ ਹੁੰਦੇ ਹੋ, ਤੁਹਾਨੂੰ ਸਿਹਤ ਸਹੂਲਤਾਂ ਹੋਰ ਹੈਗੀਆਂ ਨੇ। ਭਾਰਤ ਵਿੱਚ ਉਹਦੀ ਕਾਫੀ ਦਿੱਕਤ ਹੈਗੀ ਆ। ਜੇਕਰ ਕੋਈ ਗਰੀਬ ਹੋਵੇ ਤਾਂ ਹੋਰ। ਇੱਥੇ ਤੁਸੀਂ ਦੇਖੋ ਨਾ, ਜਿਹੜੀ ਬੁਢਾਪਾ ਪੈਨਸ਼ਨ ਉਹਦੇ ਨਾਲ ਵੀ ਕੁਛ ਨਹੀਂ ਹੁੰਦਾ। ਇੰਨੀ ਕੁ ਬੁਢਾਪਾ ਪੈਨਸ਼ਨਾਂ ਸਾਡੀਆਂ ਸਰਕਾਰਾਂ ਦਿੰਦੀਆਂ ਹੈਗੀਆਂ ਨੇ, ਉਹਦੇ ਨਾਲ ਕੋਈ ਗੁਜ਼ਾਰਾ ਨਹੀਂ ਹੋ ਸਕਦਾ ਹੈਗਾ। ਤੇ ਇੱਕ ਇਹ ਚੀਜ਼ ਆ। ਦੂਜੀ ਚੀਜ਼ ਹੈਗੀ ਆ ਕਿ ਇੱਕ ਨਾ ਸਾਡੇ ਸਮਾਜ ਦਾ ਜਿਹੜਾ ਢਾਂਚਾ ਵੀ ਕੁਛ ਇਸ ਤਰ੍ਹਾਂ ਦਾ ਹੈਗਾ ਕਿ ਇੱਥੇ ਨਿਰਭਰ ਹੋ ਜਾਂਦਾ ਸਮਾਜ। ਮਤਲਬ ਜਿਵੇਂ ਉਦਾਹਰਨ ਦੇ ਤੌਰ ਤੇ ਇੱਕ ਤਾਂ ਸੋਸ਼ਲੀ ਜਿਹੜਾ ਸਾਨੂੰ ਇਸ ਤਰ੍ਹਾਂ ਸਿਖਾਇਆ ਜਾਂਦਾ ਵੀ ਜਦੋਂ ਤੁਸੀਂ 60 ਸਾਲ ਦੇ ਹੋ ਗਏ ਨਾ, ਤੁਸੀਂ ਉਂ ਹੀ ਜ਼ਿੰਦਗੀ ਨੂੰ ਜੀਣਾ ਜੂਣਾ ਭੁੱਲ ਜਾਓ, ਤੁਸੀਂ ਜੀ ਤੁਸੀਂ ਉੱਪਰ ਚਲੇ ਜਾਣਾ, ਤਾਂ ਬੀਤ ਜਾਣਾ ਹੈਗਾ। ਇਹਨੂੰ ਇੱਕ ਸਿੰਪਲ ਜਿਹਾ ਸਮਝਣ ਲਈ ਤੁਸੀਂ ਆਪਣੇ ਪਿੰਡ ਦੇ ਕਿਸੇ 60 ਸਾਲ ਦੇ ਬੰਦੇ ਜਾਂ 70 ਸਾਲ ਦੇ ਬੰਦੇ ਕੋਲ ਚਲੇ ਜਾਓ। ਜੀ। ਉਹ ਤੁਹਾਨੂੰ ਜਿਹੜਾ ਰੱਬ ਕਰਨ ਹੋਇਆ ਨਜ਼ਰ ਆਊਗਾ ਵੀ ਬਸ ਜੀ ਕੁਛ ਨਹੀਂ, ਉਹ ਵੱਡੇ ਹੋ ਗਏ, ਹੁਣ ਕੁਛ ਨਹੀਂ। ਇਹੀ ਗੱਲ ਜੇ ਚੰਡੀਗੜ੍ਹ ਦੇ ਕਿਸੇ ਬਜ਼ੁਰਗ ਨੂੰ ਮਿਲਣਾ ਹੋਵੇ ਇੰਨੀ ਕੁ ਉਮਰ ਦੇ 60-70 ਸਾਲ ਦੇ, ਮੈਂ ਬਾਹਰ ਦੀ ਖਾਲੀ ਗੱਲ ਨਹੀਂ ਕਰਦਾ, ਚੰਡੀਗੜ੍ਹ ਦੇ ਬਜ਼ੁਰਗ ਦੀ ਗੱਲ ਕਰਦਾ ਜਿਹੜਾ ਆਪਣਾ ਰਾਜਧਾਨੀ ਆ, ਉਹ ਤਾਂ ਉਹਦੇ ਚਿਹਰੇ ਤੇ ਜ਼ਿਆਦਾ ਨੂਰ ਆਉਂਦਾ ਹੋਏਗਾ। ਉਹ ਕਈ ਵਾਰ ਤੁਹਾਨੂੰ ਲੱਗਦਾ ਹੋਏਗਾ ਵੀ ਯਾਰ ਬੁਢਾਪਾ ਇਹੋ ਜਿਹਾ ਹੀ ਹੋਵੇ, ਮੇਰਾ ਵੀ ਬੁਢਾਪਾ ਇਹੋ ਜਿਹਾ ਹੀ ਹੋਵੇ। ਇਹ ਇੱਕ ਤਾਂ ਅਪਰੋਚ ਹੈ ਨਜ਼ਰੀਏ ਦੀ ਕਿ ਅਸੀਂ ਜਿਹੜਾ ਹੈਗਾ ਸਾਡੇ ਜਿਹੜੇ ਸਭਿਅਤਾ ਦੇ ਵਿੱਚ ਇੱਕ ਜਿਹੜਾ ਸਪਿਰਿਚੁਅਲਿਜ਼ਮ ਨਹੀਂ ਹੈਗਾ, ਉਹਦੇ ਵਿੱਚ ਹੈਗਾ ਵੀ 60 ਸਾਲ ਦਾ ਬੰਦਾ ਹੋ ਗਿਆ ਜੀ, ਬੀਤ ਤੋਂ ਬਾਕੀ ਕੁਛ ਨਹੀਂ ਹੈਗਾ, ਜ਼ਿੰਦਗੀ ਨੂੰ ਇੰਜੋਏ ਨਾ ਕਰੋ। ਇੱਕ ਇਹ ਚੀਜ਼ ਹੈ। ਅੱਛਾ, ਦੂਜਾ ਹੈਗਾ ਸਾਡਾ ਜਿਵੇਂ ਨਾ ਸਿਸਟਮ ਹੈ ਵੀ ਚਲੋ ਜੀ ਇੱਕ ਜੂਆ ਜਿਹਾ ਬਣਾਇਆ ਹੋਇਆ ਵੀ ਪਹਿਲਾਂ ਤਾਂ ਜਿਹੜਾ ਹੈਗਾ ਮਾਪਿਆਂ ਨੇ ਬੱਚੇ ਨੂੰ ਦੇ ਉੱਤੇ ਲਾਉਣਾ ਜੂਆ ਵੀ ਕੀ ਅਰਨਿੰਗ ਕਰਦਾ ਚੰਗਾ, ਫਿਰ ਤੈਨੂੰ ਕੁਛ ਬਣਾਤਾ, ਫਿਰ ਤੂੰ ਸਾਨੂੰ ਪਾਲੀ ਚੱਲ। ਹੈ ਤੇ ਇਹਨੂੰ ਵੀ ਥੋੜਾ ਜਿਹਾ ਦੇਖਣ ਦੀ ਲੋੜ ਹੈ ਸਿਸਟਮ ਨੂੰ, ਕਿ ਇਹਦੇ ਨਾਲ ਹੁੰਦਾ ਕੀ ਹੈ ਕਿ ਹੁਣ ਜਿਵੇਂ ਨਵੀਆਂ ਬੱਚੇ ਅੱਜ ਕੱਲ੍ਹ ਪੜ੍ਹਨ ਲਿਖਣ ਲਈ ਹੋਰ ਬਹੁਤ ਦੂਰ ਜਾ ਰਹੇ ਨੇ, ਫਿਰ ਉਹਨਾਂ ਦੀ ਆਪਣੀ ਲਾਈਫ ਹੁੰਦੀ ਹੈਗੀ, ਉਹਦੇ ਵਿੱਚ ਵੀ ਆਉਂਦਾ। ਇਹਦੇ ਲਈ ਹੁਣ ਸਵਾਲ ਇਹ ਆ ਜਾਂਦਾ ਕਿ ਇੱਕ ਤਾਂ ਜਿਹੜਾ ਬਜ਼ੁਰਗ ਹੈਗੇ ਆ ਉਹਨਾਂ ਨੂੰ ਆਪਣੇ ਢੰਗ ਨਾਲ ਜ਼ਿੰਦਗੀ ਜੀਣ ਦਾ ਨਜ਼ਰੀਆ ਵੀ ਆ ਜਾਂਦਾ। ਦੂਜਾ ਹੈਗਾ ਵੀ ਤੁਹਾਡੇ ਵਿੱਚ ਆਪਸੀ ਸੰਵਾਦ, ਕਿਉਂਕਿ ਹੁਣ ਫਿਰ ਨੌਜਵਾਨਾਂ ਦੀ ਵੀ ਇੱਕ ਦਿੱਕਤ ਆ ਉਹ ਹੁੰਦੀ ਹੈ ਵੀ ਅਸੀਂ ਜਿਹੜਾ ਹੈਗਾ ਅੰਨੀ ਉਹਦੇ ਵੱਲ ਭੱਜਣਾ ਹੈਗਾ, ਜਿਹੜੀ ਕੈਪੀਟਲਿਜ਼ਮ ਸਾਨੂੰ ਦੇ ਰਿਹਾ ਹੈਗਾ ਵੀ ਅੰਨੀ ਦੌੜ ਉਹਦੇ ਵੱਲ ਜਾਣਾ। ਉਹਦੇ ਵਿੱਚ ਫਿਰ ਕਿਤੇ ਨਾ ਕਿਤੇ ਉਹਨਾਂ ਦਾ ਆਪਣੇ ਪਰਿਵਾਰ ਨਾਲ, ਆਪਣੇ ਬਜ਼ੁਰਗਾਂ ਨਾਲ ਉਸ ਤਰ੍ਹਾਂ ਦਾ ਸੰਵਾਦ ਨਹੀਂ ਰਹਿੰਦਾ ਹੈਗਾ। ਉਹ ਚੀਜ਼ ਨੂੰ ਵੀ ਸਮਝਣ ਦੀ ਲੋੜ ਹੈਗੀ ਆ। ਇਹ ਦੋਵੇਂ ਪਾਸੇ ਇਹਨੂੰ ਬਲੈਕ ਐਂਡ ਵਾਈਟ ਕਰਕੇ ਨਹੀਂ ਸਮਝ ਸਕਦੇ ਵੀ ਦੇਖੋ ਜੀ ਬਜ਼ੁਰਗ ਸੇਵਾ ਕਰੋ, ਫਲਾਨਾ ਕਰੋ, ਆਏ ਨਹੀਂ ਹੁੰਦਾ। ਉਹ ਕਨਸੈਪਟ ਬਦਲ ਗਏ। ਹੁਣ ਇਹ ਆਏ ਆ ਵੀ ਬਜ਼ੁਰਗਾਂ ਦੇ ਮਾਮਲੇ 'ਚ ਬਜ਼ੁਰਗਾਂ ਦੀ ਦੇਖ ਰੇਖ ਕਰੋ, ਬਜ਼ੁਰਗਾਂ ਦੇ, ਕਿਉਂਕਿ ਸਾਡੇ ਸਮਾਜ ਦੋ ਤਰ੍ਹਾਂ ਦਾ ਨਾ, ਇੱਕ ਸਮਾਜ ਫਿਊਡਲ ਵੀ ਇਸ ਤਰ੍ਹਾਂ ਦਾ ਹੈਗਾ ਵੀ ਨਹੀਂ ਜੀ ਤੁਹਾਨੂੰ ਜੀ ਜਿਹੜਾ ਬਜ਼ੁਰਗਾਂ ਜਿਹੜੇ ਪਰਿਵਾਰਕ ਰਿਸ਼ਤੇ ਅਸੀਂ ਲੋਕਤੰਤਰੀਕਰਨ ਤੋਂ ਬਹੁਤ ਡਰਦੇ ਹਾਂ। ਸਾਨੂੰ ਹੁੰਦਾ ਵੀ ਪਰਿਵਾਰਕ ਸਿਸਟਮ ਆ ਜਿਹੜਾ ਉਦਾਂ ਹੀ ਚੱਲੇ ਜਿਵੇਂ ਜ਼ਮੀਨਦਾਰੀ ਸਮਾਜ ਦੇ ਵਿੱਚ ਸਮੰਤੀ ਕਿਸਮ ਦਾ ਚੱਲਦਾ ਹੁੰਦਾ ਸੀ ਵੀ ਇੱਕ ਬਜ਼ੁਰਗ ਦਾ ਹੁਕਮ ਚਲਾਉਣਾ ਵੀ ਉਹ ਹੁਕਮ ਉਹਦੇ ਅਧੀਨ ਹੀ ਹੋਣਾ, ਉਹ ਵੀ ਅੱਜ ਕੱਲ੍ਹ ਚੱਲ ਨਹੀਂ ਸਕਦਾ ਹੈਗਾ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਜਿਹੜਾ ਹੈਗਾ ਉਹ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ ਬਿਲਕੁਲ ਬੇਪਰਵਾਹ ਹੋ ਜਾਓ। ਤੀਜੀ ਚੀਜ਼ ਇੱਕ ਹੋਰ ਸਾਡੇ ਸਮਾਜ ਜਿਹੜੀ ਪੂੰਜੀ ਨਾਲ ਜੁੜੀ ਹੋਈ ਹੈ ਵੀ ਦੇਖੋ ਜੀ ਤੁਸੀਂ ਥੋੜੇ ਜਿਹੇ ਵੱਡੇ ਹੋ ਗਏ, 60 ਸਾਲ ਦੇ ਹੋ ਗਏ, ਆਪਣੀ ਜ਼ਮੀਨ ਜਾਇਦਾਦ ਬੱਚਿਆਂ ਨੂੰ ਦੇ ਦਿਓ, ਉਹਦੇ ਬਾਅਦ ਬੱਚੇ ਫਿਰ ਤੁਹਾਨੂੰ ਪੁੱਛਦੇ ਨਹੀਂ ਹੈਗੇ। ਸਗੋਂ ਸਾਡੇ ਸਮਾਜ 'ਚ ਬੱਚਿਆਂ ਨੂੰ ਇਹ ਤਾਂ ਬਣਾਇਆ ਹੀ ਨਹੀਂ ਜਾਂਦਾ ਕਿ ਤੂੰ ਭਾਈ ਆਪਣੇ ਪੈਸੇ ਖੁਦ ਕਮਾ, ਸਾਡੇ ਵੱਲ ਨਾ ਝਾਕ। ਤੇ ਜਾਂ ਫਿਰ ਜਦੋਂ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਰਿਟਾਇਰਮੈਂਟ ਦਾ ਪੈਸਾ ਫਿਰ ਉਹ ਵੀ ਕਹਿੰਦੇ ਨੇ ਚੱਲ ਇਹ ਰਿਟਾਇਰਮੈਂਟ ਦਾ ਬਾਅਦ 'ਚ ਮੈਂ ਆਪਣੇ ਬੱਚਿਆਂ ਨੂੰ ਦੇ ਦੂੰਗਾ। ਉਹ ਪੈਸੇ ਆਪਣੀ ਜਿਹੜੀ ਇੰਜੋਇਮੈਂਟ ਕਰਨੀ ਆ, ਆਪਣੀ ਜ਼ਿੰਦਗੀ ਜੀਣੀ ਆ, ਉਹ ਵੀ ਚੀਜ਼ ਜਿਹੜੀ ਕਿਤੇ ਨਾ ਕਿਤੇ ਸਾਡੇ ਵਿੱਚੋਂ, ਸਾਡੇ ਭਾਰਤੀ ਸਮਾਜ 'ਚੋਂ ਮੰਨਫੀ ਹੈ। ਤੇ ਕਈ ਸਾਰੇ ਕਾਰਨ ਨੇ ਪ੍ਰਾਪਤ ਸਾਹਿਬ ਜੀ। ਸ਼ਿਵਿੰਦਰ ਜੀ, ਅੱਜ ਦੇ ਚਰਚਿਤ ਖਬਰਾਂ ਤੇ ਇਸ ਰਿਪੋਰਟ ਤੇ ਬੜੀ ਸੰਜੀਦਾ ਜਾਣਕਾਰੀ ਤੇ ਵਿਚਾਰ ਚਰਚਾ ਲਈ, ਟਿੱਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਸ਼ੁਕਰੀਆ ਜੀ। ਇਹ ਸਨ ਸੀਨੀਅਰ ਪੱਤਰਕਾਰ ਸ਼ਿਵਿੰਦਰ ਜੀ। ਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਵਕਤ ਹੋ ਰਿਹਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡੇ ਨਾਲ ਰਹਿਣਗੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ।
ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈਟ, ਜੜਾਊ ਸੈਟ, ਪੋਲਕੀ ਸੈਟ, ਹੀਰੇ ਜੜੇ ਸੈਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ 15 ਜੂਨ ਨੂੰ ਆਪਣੀ ਨੈਪਨੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ। ਜੀ ਹਾਂ, ਸਹੀ ਸੁਣਿਆ, $75 ਦਾ ਡਿਸਕਾਊਂਟ, ਫ੍ਰੀ ਟਰੱਕ ਗ੍ਰੀਸ, ਫ੍ਰੀ ਬਾਰਬੀਕਿਊ ਅਤੇ ਨਾਲ ਹੀ ਮਿਲੋ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦਿਆਂ ਨੂੰ। ਤਾਂ ਫਿਰ ਪਹੁੰਚੋ 15 ਜੂਨ ਨੂੰ ਕੁਇਕ ਟਰੱਕ ਲੂਬ, ਐਗਜ਼ਿਟ 579 ਹਾਈਵੇ 401 ਅਤੇ ਪਾਓ $75 ਦਾ ਡਿਸਕਾਊਂਟ। 5196220660 519 622 0660। Quick Truck Lube, Napni location। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354।